ਤੁਹਾਡੀ ਪਾਰਟੀ ਤੋਂ ਨਿਕਲੇ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਾਦਲ ਸਾਹਿਬ ਅੱਗੇ ਬਹੁਤ ਵਾਰੀ ਕਿਹਾ ਸੀ ਕਿ ਡੀਜੀਪੀ ਸੁਮੇਧ ਸੈਣੀ ਸਹੀ ਬੰਦਾ ਨਹੀਂ ਹੈਗਾ, ਲੇਕਿਨ ਸਾਡੀ ਇੱਕ ਵੀ ਨਹੀਂ ਸੁਣੇਗੀ। ਇਹ ਜਿਹੜੀਆਂ ਹੁਣ ਬਾਅਦ ਦੇ ਵਿੱਚ ਗੱਲਾਂ ਕਰਨੀਆਂ ਨਾ, ਇਹ ਸ਼ੋਭਾ ਨਹੀਂ ਦਿੰਦੀਆਂ ਕਿਸੇ ਨੂੰ। ਫਿਰ ਤੁਸੀਂ ਉਦੋਂ ਵਿੱਤ ਮੰਤਰੀ ਦਾ ਉਹਦਾ ਛੱਡ ਦਿੰਦੇ। ਕਿਆਸ ਲਗਾਏ ਜਾ ਰਹੇ ਸੀ, ਜਿਹੜੀਆਂ ਚਰਚਾਵਾਂ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਦਾਮਨ ਫੜ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ। ਬੀਜੇਪੀ ਔਰ ਕੈਪਟਨ ਅਮਰਿੰਦਰ ਸਿੰਘ ਦੋਨੋਂ ਨੂੰ ਵੱਖਰੇ ਕਰਕੇ ਨਹੀਂ ਦੇਖੇ ਜਾ ਸਕਦੇ। ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਬਦਲ ਦਿੱਤਾ ਗਿਆ। ਉਹ ਮੁੱਖ ਮੰਤਰੀ ਆਮ ਲੋਕਾਂ ਕੋਲ ਵੀ ਜਾ ਰਿਹਾ, ਉਹਨਾਂ ਨੂੰ ਜੱਫੀ ਵੀ ਪਾ ਰਿਹਾ, ਉਹਨਾਂ ਦੇ ਘਰ ਬਹਿ ਕੇ ਉਹਨਾਂ ਦੇ ਮੰਜੇ ਦੇ ਨਾਲ ਰੋਟੀ ਵੀ ਖਾ ਰਿਹਾ। ਉਹ ਵਿਚਾਰਾ ਲੋਕਾਂ ਨੂੰ ਜੱਫੀ ਪਾਈ ਜਾਂਦਾ ਹੈ, ਉਹਦੀ ਪਾਰਟੀ ਦਾ ਪ੍ਰਧਾਨ ਉਹਦੇ ਨਾਲ ਜੱਫੀ ਪਾਉਣ ਨੂੰ ਤਿਆਰ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ 22 ਦਾ ਅਖਾੜਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਸੀਰੀਜ਼ ਚੱਲ ਰਹੀ ਹੈ ਇਲੈਕਸ਼ਨਸ ਨੂੰ ਲੈ ਕੇ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੁਣ ਨਜ਼ਦੀਕ ਹੀ ਨੇ, ਸਮਾਂ ਜ਼ਿਆਦਾ ਨਹੀਂ ਬਚਿਆ। ਇਸ ਨੂੰ ਲੈ ਕੇ ਸਾਰੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ। ਸਰ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੀਟ ਅਨਾਉਂਸ ਹੋ ਗਈ ਹੈ ਜੀ, ਰੋਪੜ ਤੋਂ ਖੜੇ ਹੋਣ ਜਾ ਰਹੇ ਹੋ, ਲੜਨ ਜਾ ਰਹੇ ਹੋ, ਤਿਆਰੀ ਪੂਰੀ ਹੈ? ਬਿਲਕੁਲ ਜੀ ਬਿਲਕੁਲ। ਮੈਨੂੰ ਤੇ ਲਗਾਤਾਰ ਹੀ 4.5 ਸਾਲ ਆਪਣੇ ਹਲਕੇ ਦੇ ਵਿੱਚ ਵਿਚਰਨ ਤੋਂ ਪਹਿਲਾਂ ਹੀ ਸਮਾਂ ਕਾਫੀ ਮਿਲਿਆ ਜੀ। ਇਸ ਕਰਕੇ ਜਿਹੜੇ ਹਮੇਸ਼ਾ ਹੀ ਲੋਕਾਂ 'ਚ ਰਹਿੰਦੇ ਆ ਉਹਨਾਂ ਦੀ ਤਿਆਰੀ ਹੁੰਦੀ। ਬਿਲਕੁਲ। ਹੁਣੇ ਉੱਥੇ ਦੇ ਸਿਟਿੰਗ MLA ਅਮਰਜੀਤ ਸਿੰਘ ਸੰਦੋਆ, ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਮੇਰੀ ਤਾਂ ਸੀਟ ਪੱਕੀ ਹੈ ਤੇ ਇਸ ਵਾਰ ਵੀ ਮੈਂ ਹੀ ਜੇਤੂ ਬਣਨਾ ਤੇ ਮੈਂ ਚੀਮਾ ਸਾਹਿਬ ਨੂੰ ਹਰਾ ਕੇ ਫਿਰ ਤੋਂ ਉਹਨਾਂ ਨੂੰ ਦਿਖਾ ਦੇਣਾ ਹੈ ਕਿ ਆਪ ਦੀ ਸਰਕਾਰ ਵੀ ਅਸੀਂ ਬਣਾ ਕੇ ਦਿਖਾਵਾਂਗੇ। ਦੇਖੋ ਗੱਲ ਇਹ ਹੈ ਕਿ ਹਰ ਇੱਕ ਨੂੰ ਕਲੇਮ ਕਰਨ ਦਾ ਹੱਕ ਹੈ, ਪਰ ਇਸ ਵਾਰੀ ਰੋਪੜ ਦੇ ਲੋਕੀ ਮਹਿਸੂਸ ਕਰਦੇ ਹੈ ਕਿ ਰੋਪੜ ਦੇ ਵੋਟਰਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ। ਆਮ ਆਦਮੀ ਪਾਰਟੀ ਨੇ ਬੜੇ ਵੱਡੇ ਸਲੋਗਨ ਦੇ ਕੇ ਬੜਾ ਗੁੰਮਰਾਹਕੁਨ ਪ੍ਰਚਾਰ ਕਰਕੇ ਪੰਜਾਬ ਦੇ ਵਿੱਚ ਤੇ ਇਹੋ ਜਿਹੇ ਲੋਕਾਂ ਨੂੰ ਉਸ ਵੇਲੇ ਭਰਮਾਲਿਆ ਸੀ। ਅੱਜ ਲੋਕੀ ਜਿਹੜੇ ਆ ਰੋਪੜ ਦੇ ਵੀ ਪੰਜਾਬ ਦੇ ਵੀ ਠੱਗੇ ਮਹਿਸੂਸ ਕਰ। ਪਹਿਲਾਂ ਤਾਂ ਸਰਦਾਰ ਅਮਰਜੀਤ ਸਿੰਘ ਸੰਦੋਆ ਨੂੰ ਇਹੀ ਦੱਸਣਾ ਪੈਣਾ ਵੀ ਜਿੱਤੇ ਉਹ ਆਮ ਆਦਮੀ ਪਾਰਟੀ ਤੋਂ ਸੀ ਤੇ ਫਿਰ ਆਮ ਆਦਮੀ ਪਾਰਟੀ ਦੇ ਨਾਲ ਗਦਾਰੀ ਕਰਕੇ ਤੇ ਕਾਂਗਰਸ ਦੇ ਵਿੱਚ ਕਿਉਂ ਸ਼ਾਮਲ ਹੋਏ ਜੀ। ਜਿਸ ਤਰ੍ਹਾਂ ਦੇ ਦੋਸ਼ ਅਮਰਜੀਤ ਸਿੰਘ ਸੰਦੋਆ ਦੇ ਉੱਤੇ ਲੱਗੇ ਔਰ ਜਿਸ ਤਰ੍ਹਾਂ ਦੀ ਹਾਲਤ ਉਸ MLA ਦੀ ਹੋਈ ਹੈ, ਉਹਨੇ ਸਾਰੇ ਪੰਜਾਬ ਦੀ ਵਿਧਾਨ ਸਭਾ ਦੀ ਅਸੈਂਬਲੀ ਨੂੰ ਜਿਹੜਾ ਉਹ ਸ਼ਰਮਸਾਰ ਕੀਤਾ। ਬਿਲਕੁਲ। ਕਿਉਂਕਿ ਕਿਸੇ ਖੱਡਾਂ ਦੇ ਉੱਤੇ ਜੋ ਕੁਝ ਹੋਇਆ, ਇਹ ਅੱਜ ਤੱਕ 70 ਸਾਲ ਦੇ ਇਤਿਹਾਸ ਦੇ ਵਿੱਚ ਕਿਸੇ MLA ਦੇ ਨਾਲ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਉੱਥੇ ਜਾਵੇ, ਪੈਸਿਆਂ ਦਾ ਰੌਲਾ ਪਵੇ, ਉੱਥੇ ਮਾਰਕਟਾਈ ਹੋਵੇ, ਉੱਥੇ MLA ਦੇ ਕੱਪੜੇ ਪਾੜੇ ਜਾਣ, MLA ਅੱਗੇ ਹੋਵੇ ਤੇ ਬਾਕੀ ਲੋਕੀ ਪਿੱਛੇ ਹੋਣ। ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਸੰਦੋਆ ਸਾਹਿਬ ਨੂੰ ਹੁਣ ਰੋਪੜ ਦੀ ਜਨਤਾ ਨੂੰ ਦੇਣਾ ਪੈਣਾ। ਇਹ ਉਹ ਆਮ ਆਦਮੀ ਪਾਰਟੀ ਹੈ ਜਿਹੜੇ ਕਹਿੰਦੇ ਸੀ ਨਿੱਕਾ ਜਿਹਾ ਵੀ ਅਸੀਂ ਫੈਸਲਾ ਲੈਣਾ ਹੋਇਆ ਪਹਿਲਾਂ ਲੋਕਾਂ ਕੋਲ ਜਾਵਾਂਗੇ, ਤੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ, ਐਡੀ ਵੱਡੀ ਲੀਡ ਦੇ ਕੇ ਜਿਤਾਇਆ, ਉਹਨਾਂ ਨੂੰ ਧੋਖਾ ਦਿੱਤਾ, ਸੱਤਾ ਦਾ ਲਾਲਚ ਜਾਗਿਆ, ਆਪਣੀਆਂ ਖਾਸ਼ਾਂ ਜਾਗੀਆਂ ਨਿੱਜੀ ਫਾਇਦੇ ਲੈਣ ਵਾਸਤੇ। ਤੁਸੀਂ ਜਾ ਕੇ ਉੱਥੇ ਫਿਰ ਕਾਂਗਰਸ ਦੇ ਮੁੱਖ ਮੰਤਰੀ ਦੇ ਨਿਵਾਸ ਦੇ ਵਿੱਚ ਜਾ ਕੇ ਤੇ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ। ਇਹਦਾ ਜਵਾਬ ਇਸ ਧੋਖੇਦੇਹੀ ਦਾ ਕੌਣ ਦਊ? ਇੱਕ ਤਾਂ ਆਮ ਆਦਮੀ ਪਾਰਟੀ ਨੂੰ ਓਵਰਆਲ ਜਵਾਬ ਦੇਣਾ ਪੈਣਾ ਕਿ ਤੁਹਾਨੂੰ ਆਪੋਜੀਸ਼ਨ ਪਾਰਟੀ ਬਣਾਇਆ ਸੀ, 8 ਤੋਂ ਵੱਧ ਤੁਹਾਡੇ MLA ਕਾਂਗਰਸ 'ਚ ਰਲ ਗਏ, ਤੁਸੀਂ ਅਜੇ ਤੱਕ ਨਹੀਂ ਬੋਲੇ। ਜਿਹੜਾ ਮਰਜ਼ੀ ਜਿੰਨੇ ਮਰਜ਼ੀ ਸਾਲ ਜਾ ਕੇ ਬਾਹਰ ਘੁੰਮ ਫਿਰ ਕੇ ਨਵੀਆਂ ਪਾਰਟੀਆਂ ਬਣਾ ਕੇ ਚੋਣਾਂ ਲੜ ਕੇ ਫਿਰ ਆਮ ਆਦਮੀ ਪਾਰਟੀ 'ਚ ਆ ਜਾਏ, ਤੁਸੀਂ ਫਿਰ ਨਹੀਂ ਇਤਰਾਜ਼ ਕੀਤਾ, ਤੁਸੀਂ ਉਹਨਾਂ ਨੂੰ ਡਿਸਕੁਆਲੀਫਾਈ ਨਹੀਂ ਕਰਾਇਆ। ਤੁਹਾਡੀ ਡਿਊਟੀ ਲੱਗੀ ਸੀ ਆਪੋਜੀਸ਼ਨ ਦੀ, ਤੁਸੀਂ ਸਰਕਾਰ ਨਾਲ ਰਲ ਗਏ। ਇਸ ਕਰਕੇ MLA ਨੇ ਥੱਲੇ ਧੋਖਾ ਦਿੱਤਾ, ਸਰਕਾਰ ਤੇ ਉੱਤੇ ਆਪੋਜੀਸ਼ਨ ਦੇ ਤੌਰ 'ਤੇ ਆਮ ਆਦਮੀ ਪਾਰਟੀ ਨੇ ਧੋਖਾ ਦਿੱਤਾ। ਤੇ ਜੇ ਫਿਰ ਵੀ ਕਿਸੇ ਨੂੰ ਖੁਸ਼ਫਹਿਮੀ ਹੈ ਕਿ ਅਸੀਂ ਜਾ ਕੇ ਹੁਣ ਜਿੱਤ ਕੇ ਆਵਾਂਗੇ, ਤਾਂ ਕੋਈ ਗੱਲ ਨਹੀਂ, ਫੈਸਲਾ ਜਨਤਾ ਨੇ ਕਰਨਾ ਹੀ। जनता फैसला करेगी। आने वाले समय होर 3 महीनों बाद पता चल ही जाएगा कि कौन पार्टी सरकार बनाउंदी है। ਤੁਹਾਨੂੰ ਇਹ ਲੱਗਦਾ ਚੀਮਾ ਸਾਹਿਬ ਕਿ ਰੋਪੜ ਦੀਆਂ ਅਜਿਹੀਆਂ ਕਿਹੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਤੇ ਸਭ ਤੋਂ ਪਹਿਲਾਂ ਵਰਕ ਕਰਨਾ ਚਾਹੀਦਾ, ਜਿਹੜੇ ਤੁਸੀਂ ਏਜੰਡੇਜ਼ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਸਭ ਤੋਂ ਪਹਿਲਾਂ ਚੱਕਣ ਵਾਲੇ? ਦੇਖੋ ਗੱਲ ਇਹ ਹੈ ਕਿ ਜਦੋਂ ਮੈਂ ਰੋਪੜ ਦੇ ਵਿੱਚ ਗਿਆ ਸੀ, ਬਹੁਤ ਮਾੜੀ ਹਾਲਤ ਦੇ ਵਿੱਚ ਹਲਕਾ 5 ਸਾਲ ਦੀ ਮੈਂ ਆਪਣੀ 4 ਪੇਜ ਦੀ ਜਿਹੜਾ ਪੈਂਫਲੇਟ ਹੈ ਉਹ ਲੋਕਾਂ ਦੇ ਵਿੱਚ ਦੇ ਰਿਹਾ।
ਪਹਿਲਾਂ ਤਾਂ ਉਹ ਲੋਕੀ ਆਪਣੇ ਆਪ ਫੈਸਲਾ ਕਰਨਗੇ ਕਿ ਮੈਂ ਕਿੰਨਾ ਕੰਮ ਰੋਪੜ ਦੇ ਵਿੱਚ ਕੀਤਾ, ਕਿਉਂਕਿ ਵੱਡੀਆਂ ਸੜਕਾਂ ਦਾ ਜਾਲ ਪੂਰਾ ਇੱਕ ਸਫਾ ਹੈ ਜਿਹੜੀਆਂ ਨਵੀਆਂ ਸੜਕਾਂ ਉਸ ਏਰੀਏ 'ਚ ਬਣੀਆਂ। 65 ਕਰੋੜ ਦੇ ਵੱਡੇ ਜਿਹੜੇ ਹੈਗੇ ਸੜਕਾਂ ਦੇ ਪ੍ਰੋਜੈਕਟ, ਕੋਈ 27 ਕਰੋੜ ਦਾ, ਕੋਈ 10 ਕਰੋੜ ਦਾ, ਕੋਈ 18 ਕਰੋੜ ਦਾ, ਬੜੀ ਲੰਬੀ ਲਿਸਟ ਹੈ। ITI ਜਿਹੜੀ 20 ਸਾਲ ਤੋਂ ਪੈਂਡਿੰਗ ਉਸ ਇਲਾਕੇ ਦੀ ਡਿਮਾਂਡ ਸੀ, ਨੂਰਪੁਰ ਬੇਦੀ 'ਚ ਬਣਾਤੀ। ਰਾਏਪੁਰ ਮੁੰਨੇ ਦਾ ਜਿਹੜਾ ਕਾਲਜ ਸੀ ਪ੍ਰਾਈਵੇਟ, ਉਹ ਸਰਕਾਰੀ ਬਣਾਤਾ। ਸ਼ਹਿਰ ਦੇ ਵਿੱਚ IIT ਬਣਾਤੀ, NCC ਅਕੈਡਮੀ ਬਣਾਤੀ, 23 ਸਕੂਲ ਅਪਗ੍ਰੇਡ ਕਰ ਦਿੱਤੇ। ਇਹੋ ਜਿਹੀ ਕੋਈ ਚੀਜ਼ ਨਹੀਂ ਸੀ ਜਿਹੜੀ ਮੈਂ 5 ਸਾਲਾਂ ਦੇ ਵਿੱਚ ਉੱਥੇ ਕ੍ਰੀਏਟ ਨਹੀਂ ਕੀਤੀ। 27 ਕਰੋੜ ਦੇ ਜਿਹੜੇ ਪਾਣੀ ਦੇ ਪ੍ਰੋਜੈਕਟ ਉਹ ਵੀ ਉੱਥੇ ਕਰ ਦਿੱਤੇ। ਕੱਲੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਤੋਂ ਲੈ ਕੇ ਜੋ ਪਿੰਡ ਦੀਆਂ ਲੋੜਾਂ ਸੀ ਉਹ ਵਾਰ-ਵਾਰ CM ਸਾਹਿਬ ਦਾ ਸੰਗਤ ਦਰਸ਼ਨ ਕਰਾ ਕੇ ਬਾਦਲ ਸਾਹਿਬ ਦਾ ਧੰਨਵਾਦ ਕਰਦਾ, ਬੜੀ ਕਿਰਪਾ ਉਹਨਾਂ ਨੇ ਕੀਤੀ। ਸਾਰੇ ਲੋਕਾਂ ਦੇ ਉਹ ਵੀ ਕੰਮ ਕਰ ਦਿੱਤੇ। ਹਸਪਤਾਲ ਸਰਕਾਰੀ ਸੀ, ਉੱਤੇ ਵੀ 5 ਕਰੋੜ ਲਾ ਕੇ ਉਹਨੂੰ ਰੈਨੋਵੇਟ ਕਰਕੇ ਉਹ ਵੀ ਕਰ ਦਿੱਤਾ। ਨਰਸਿੰਗ ਕਾਲਜ ਵੀ ਰੋਪੜ ਦੇ ਵਿੱਚ ਸਥਾਪਿਤ ਕਰ ਦਿੱਤਾ। ਇਸ ਕਰਕੇ ਮੇਰੀ ਤਾਂ ਗਿਣਤੀ ਕੰਮਾਂ ਦੀ ਸਾਰੇ ਸ਼ਹਿਰ ਦੇ ਵਿੱਚ 56 ਕਰੋੜ ਦਾ ਵਾਟਰ ਸਪਲਾਈ ਦਾ, ਸੀਵਰੇਜ ਦਾ, ਟ੍ਰੀਟਮੈਂਟ ਦਾ ਪ੍ਰੋਜੈਕਟ ਜਿਹੜਾ ਉਹ ਮੁਕੰਮਲ ਕਰਾਇਆ। ਇਸ ਕਰਕੇ ਮੈਂ ਤਾਂ ਜਿਹੜਾ ਮੇਰੇ ਕੋਲ ਤਾਂ ਆਪਣਾ ਜਿਹੜਾ ਹਿਸਾਬ ਕਿਤਾਬ ਹੈ ਉਹ ਮੈਂ ਲਿਖਤੀ ਛਾਪ ਦਿੱਤਾ, ਉਹ ਲੋਕਾਂ ਨੂੰ ਦੇ ਰਿਹਾ। ਪਰ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨੋਂ ਨੂੰ ਚੈਲੰਜ ਹੈ ਕਿ ਕੋਈ ਇੱਕ ਤਾਂ ਕੰਮ ਦੱਸੋ ਨਾ ਜਿਹੜਾ ਹੁਣ ਤੁਸੀਂ ਇਹਨਾਂ 5 ਸਾਲਾਂ ਦੇ ਵਿੱਚ ਤੁਸੀਂ ਕਲੇਮ ਕਰੋਗੇ। ਇਹਨਾਂ ਜ਼ਰੂਰ ਹੋਇਆ ਕਿ ਜਿਹੜੇ ਮੇਰੇ 6.5 ਕਰੋੜ ਦਾ ਪੁਲ ਸੀ ਲਿਆਂਦਾ ਹੋਇਆ ਬਿੰਦਰਕ ਤੋਂ ਪੁਰਖਾਲੀ ਤੱਕ ਦਾ, ਉਹ ਇਹਨਾਂ ਨੇ ਆ ਕੇ ਪੈਸੇ ਵਾਪਸ ਜ਼ਰੂਰ ਕਰਾ ਲਏ। ਜਿਹੜਾ 35 ਲੱਖ ਦਾ ਮੈਂ ਸੀਨੀਅਰ ਸਿਟੀਜ਼ਨ ਹੋਮ ਦਾ ਉੱਥੇ ਪੈਸਾ ਜਮ੍ਹਾਂ ਕਰਾਤਾ ਸੀ, ਕਮੇਟੀ ਦੇ ਵਿੱਚ ਜਗ੍ਹਾ ਅਲਾਟ ਕਰ ਦਿੱਤੀ ਸੀ, ਉਹ ਸਰਕਾਰ ਬਦਲਣ 'ਤੇ ਪੈਸੇ ਵਾਪਸ ਜ਼ਰੂਰ ਆ ਗਏ। ਕਮੇਟੀ ਦਾ 1.5 ਕਰੋੜ ਇਹਨਾਂ ਨੇ ਵਾਪਸ ਲੈ ਲਿਆ ਜਿਹੜਾ ਕਮੇਟੀ ਨੂੰ ਦਿੱਤਾ ਸੀ। ਇਸ ਤਰ੍ਹਾਂ ਦੀਆਂ ਉਦਾਹਰਨਾਂ ਤਾਂ ਬਹੁਤ ਨੇ, ਪਰ ਆਪਣੇ ਸਮੇਂ ਦੇ ਵਿੱਚ ਕੀ ਕੀਤਾ ਇਹ ਦੱਸਣ ਜੋਗਾ ਕਿਸੇ ਨੂੰ ਕੋਈ ਨਹੀਂ। ਇਸ ਕਰਕੇ ਹੁਣ ਤਾਂ ਇਹਨਾਂ ਗੱਲਾਂ ਦਾ ਹਿਸਾਬ ਕਿਤਾਬ ਗਰਾਊਂਡ 'ਤੇ ਹੋਇਆ। ਤੁਸੀਂ ਸਾਰੇ ਕੰਮ ਗਿਣਾਤੇ ਕਿ ਤੁਸੀਂ ਆਪਣੇ ਕਾਰਜਕਾਲ ਦੇ ਦੌਰਾਨ ਇਹ ਕੰਮ ਕੀਤੇ ਤੇ ਰੋਪੜ ਦੇ ਲੋਕਾਂ ਨੂੰ ਇੰਨੀਆਂ ਸੌਗਾਤਾਂ ਦਿੱਤੀਆਂ, ਲੇਕਿਨ 2017 ਦੇ ਵਿੱਚ ਤਾਂ ਵੀ ਲੋਕਾਂ ਨੇ ਪਿਆਰ ਤਾਂ ਜਤਾਇਆ ਨਹੀਂ। ਦੇਖੋ 2017 'ਚ 10 ਸਾਲ ਬਾਅਦ ਲਗਾਤਾਰ ਸਾਡੀ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਚੱਲਣ ਤੋਂ ਬਾਅਦ ਗਈ। 10 ਸਾਲਾਂ ਦੀ ਐਂਟੀ ਇਨਕੰਬੈਂਸੀ ਕੁਦਰਤੀ ਹੁੰਦੀ ਹੈ। ਉਹਦੇ ਨਾਲ ਜਿਹੜੇ ਇਸ਼ੂ ਬਣਾਏ ਗਏ ਪੰਜਾਬ ਦੇ ਵਿੱਚ, ਧਾਰਮਿਕ ਇਸ਼ੂ ਦੇ ਉੱਤੇ ਜਨਤਾ ਨੂੰ ਗੁੰਮਰਾਹ ਕੀਤਾ ਗਿਆ, ਨਸ਼ਿਆਂ ਦੇ ਗਲਤ ਮੁੱਦੇ ਜਿਹੜੇ ਪੰਜਾਬ ਦੇ ਵਿੱਚ ਬਣਾਏ ਗਏ, ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਜਿਹੜਾ ਲੁਭਾਉਣ ਵਾਸਤੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕੈਪਟਨ ਸਾਹਿਬ ਨੇ 90 ਹਜ਼ਾਰ ਕਰੋੜ ਦੇ ਕਰਜ਼ੇ ਮਾਫੀ ਦੇ, ਘਰ ਨੌਕਰੀਆਂ ਦੇ, ਇਹੀ ਕੰਮ ਆਮ ਆਦਮੀ ਪਾਰਟੀ ਕਰ ਰਹੀ ਸੀ, ਇਹੀ ਕੰਮ ਉਹ ਕਰ ਰਹੇ ਸੀ। ਉਹ ਝੂਠ ਅਸੀਂ ਨਹੀਂ ਬੋਲਿਆ। ਸਾਡੀ ਜਿਹੜੀ ਹੈ ਉਹ ਸਾਡੀ ਇਜਾਜ਼ਤ ਨਹੀਂ ਦਿੱਤਾ ਜ਼ਮੀਰ ਨੇ ਕਿ ਅਸੀਂ ਵੀ ਲੋਕਾਂ ਨੂੰ ਹੋਰ ਗੁੰਮਰਾਹ ਕਰੀਏ। ਅਸੀਂ ਆਪਣੀ ਕਾਰਗੁਜ਼ਾਰੀ ਦੇ ਉੱਤੇ ਰਹੇ ਤੇ ਇਹ ਲੋਕ, ਉਹਨਾਂ ਨੂੰ ਪਤਾ ਸੀ ਕਿ ਜੇ ਕਾਰਗੁਜ਼ਾਰੀ ਦੇ ਉੱਤੇ ਬਹਿਸ ਕਰਾਂਗੇ ਤਾਂ ਫਿਰ ਤਾਂ ਮੁਕਾਬਲਾ ਨਹੀਂ ਹੋਣਾ। ਇਹ ਝੂਠ ਵਾਲੇ ਪਾਸੇ ਚੱਲ ਗਏ। ਹੁਣ ਮੈਨੂੰ ਦੱਸੋ 90,000 ਕਰੋੜ ਦਾ ਕਰਜ਼ਾ ਮਾਫ ਹੋ ਗਿਆ। ਹੁਣ ਮੈਨੂੰ ਦੱਸੋ ਕਿ ਨੌਕਰੀਆਂ ਦਾ ਪੰਜਾਬ ਦੇ ਵਿੱਚ ਕੀ ਹਾਲ ਹੈ। ਹੁਣ ਇਹਨਾਂ ਨੂੰ ਪੁੱਛੋ ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਇਹਨਾਂ ਦੇ ਜਿਹੜੇ ਫਾਰਮੂਲੇ ਅਸੀਂ ਪੁੱਛਦੇ ਸੀ ਵੀ ਤੁਸੀਂ ਵੀ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ, ਫਸ ਗਈ ਕਾਂਗਰਸ, ਨਹੀਂ ਤਾਂ ਤੁਹਾਡਾ ਵੀ ਇਹੀ ਹਸ਼ਰ ਹੋਣਾ ਸੀ, ਕਿਉਂਕਿ ਪੰਜਾਬ ਦਾ ਖਜ਼ਾਨਾ ਤਾਂ ਉਹੀ ਹੈ। ਕੇਜਰੀਵਾਲ ਨੇ ਜਿਹਨੇ ਨਸ਼ਿਆਂ ਦੇ ਇਲਜ਼ਾਮ ਲਾਏ ਸੀ, ਉਹਨੇ ਫਿਰ ਸਰਦਾਰ ਬਿਕਰਮ ਸਿੰਘ ਮਜੀਠੀਆ ਕੋਲੋਂ ਅਦਾਲਤ ਦੇ ਵਿੱਚ ਖੜ੍ਹ ਕੇ ਲਿਖਤੀ ਮਾਫੀਨਾਮਾ ਦਿੱਤਾ ਕਿ ਮੈਂ ਐਲੀਗੇਸ਼ਨ ਝੂਠੀਆਂ ਲਾਈਆਂ ਸੀ। ਕੀ ਇਹ ਜਿਹੜੀ ਹੈ ਪੰਜਾਬ ਦੀ ਜਨਤਾ ਨੂੰ ਹੁਣ ਇਹਨਾਂ ਗੱਲਾਂ ਦੀ ਜਾਣਕਾਰੀ ਨਹੀਂ ਹੈ? ਕਦੀ ਸੋਚਦੇ ਕਿ ਮੁੱਖ ਮੰਤਰੀ ਪੱਧਰ ਦਾ ਬੰਦਾ ਅਦਾਲਤ ਦੇ ਵਿੱਚ ਖੜ੍ਹ ਕੇ ਲਿਖਤੀ ਮਾਫੀ ਮੰਗੇ, ਉਹ ਐਫੀਡੈਵਿਟ ਵੀ ਅਸੀਂ ਇਹਦਾ ਹੁਣ ਜਨਤਾ ਨੂੰ ਦਿਖਾਉਣਾ ਕਿ ਇਹਨਾਂ ਝੂਠੇ ਲੋਕਾਂ ਦੇ ਉੱਤੇ ਤੁਸੀਂ ਕੀ ਇਤਬਾਰ ਕਰੋਗੇ। ਕੋਈ ਗੁਟਕਾ ਸਾਹਿਬ ਦੀਆਂ ਸਹੁੰਆਂ ਖਾ ਕੇ ਭੱਜ ਗਏ, ਕੋਈ ਲਿਖਤੀ ਮਾਫੀ ਮੰਗ ਕੇ ਖੜਾ ਛਡਾ ਗਏ, ਲੇਕਿਨ ਪੰਜਾਬ ਦਾ ਨੁਕਸਾਨ ਤਾਂ ਇਹਨਾਂ ਨੇ ਕੀਤਾ। ਇਸ ਕਰਕੇ ਉਸ ਮਾਹੌਲ ਦੇ ਵਿੱਚ ਜੋ ਬਣਿਆ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਉਦੋਂ ਨੁਕਸਾਨ ਹੋਇਆ। ਪਰ ਅੱਜ ਲੋਕੀ ਫਿਰ ਜਿਹੜੇ ਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਯਾਦ ਕਰਦੇ ਆ, ਉਹਨਾਂ ਦੇ ਕੰਮਾਂ ਨੂੰ ਯਾਦ ਕਰਦੇ ਆ, ਕਿਉਂਕਿ ਡਿਵੈਲਪਮੈਂਟ ਕਈ ਵਾਰੀ ਇਗਨੋਰ ਹੋ ਜਾਂਦੀ। ਇਸ ਤਰ੍ਹਾਂ ਦੇ ਮੁੱਦੇ ਹਾਵੀ ਹੋ ਜਾਂਦੇ ਆ, ਕੋਈ ਰਾਜਨੀਤੀ 'ਚ ਪਹਿਲੀ ਵਾਰੀ ਨਹੀਂ, ਪਰ 70 ਸਾਲਾਂ ਦੇ ਵਿੱਚ ਲਗਾਤਾਰ ਸਰਕਾਰ ਵੀ 10 ਸਾਲ ਇੱਕੋ ਹੀ ਚੱਲੀ ਸੀ। ਇਸ ਕਰਕੇ ਜੋ ਅਮਨ ਸ਼ਾਂਤੀ ਸੀ, ਜੋ ਉਸ ਵੇਲੇ ਲਾਅ ਐਂਡ ਆਰਡਰ ਸੀ, ਜੋ ਉਸ ਵੇਲੇ ਡਿਵੈਲਪਮੈਂਟ ਸੀ, ਜੋ ਭਾਈਚਾਰਕ ਸਾਂਝ ਸੀ, ਅੱਜ ਲੋਕਾਂ ਨੂੰ ਗੱਲਾਂ ਸਾਰੀਆਂ ਯਾਦ ਆਉਂਦੀਆਂ ਨੇ। ਤੁਸੀਂ ਕਿਹਾ ਕਿ ਪਾਰਟੀ ਦੇ ਖਿਲਾਫ ਮਾਹੌਲ ਗਲਤ ਬਣਾਇਆ ਗਿਆ ਪੰਜਾਬ ਦੇ ਵਿੱਚ ਵਿਰੋਧੀਆਂ ਵੱਲੋਂ 2017 ਦੇ ਵਿੱਚ। ਤੁਹਾਡੀ ਪਾਰਟੀ ਤੋਂ ਨਿਕਲੇ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਜੋ ਵਿੱਤ ਮੰਤਰੀ ਰਹੇ ਨੇ ਤੁਹਾਡੇ ਟਾਈਮ ਦੇ ਵਿੱਚ,
ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਾਦਲ ਸਾਹਿਬ ਅੱਗੇ ਬਹੁਤ ਵਾਰੀ ਕਿਹਾ ਸੀ ਕਿ ਡੀਜੀਪੀ ਸੁਮੇਧ ਸੈਣੀ ਸਹੀ ਬੰਦਾ ਨਹੀਂ ਹੈਗਾ, ਲੇਕਿਨ ਸਾਡੀ ਇੱਕ ਵੀ ਨਹੀਂ ਸੁਣੇਗੀ। ਕੋਰ ਕਮੇਟੀ ਦੇ ਵਿੱਚ ਵੀ ਅਸੀਂ ਆਵਾਜ਼ ਚੱਕੀ, ਲੇਕਿਨ ਸਾਡੀ ਸੁਣੀ ਨਹੀਂ। ਉਹਦਾ ਨਤੀਜਾ ਬੇਦਬੀ ਕਾਂਡ ਹੋਇਆ। ਦੇਖੋ ਗੱਲ ਇਹ ਹੈ ਕਿ ਇਹ ਜਿਹੜੀਆਂ ਹੁਣ ਬਾਅਦ ਦੇ ਵਿੱਚ ਗੱਲਾਂ ਕਰਨੀਆਂ ਨਾ, ਇਹ ਸ਼ੋਭਾ ਨਹੀਂ ਦਿੰਦੀਆਂ ਕਿਸੇ ਨੂੰ। ਫਿਰ ਤੁਸੀਂ ਉਦੋਂ ਵਿੱਤ ਮੰਤਰੀ ਦਾ ਉਹਦਾ ਛੱਡ ਦਿੰਦੇ। ਤੁਸੀਂ ਅਕਾਲੀ ਦਲ ਦੀ ਤਾਂ ਹਾਲੇ ਤੱਕ ਐਮਐਲਏਸ਼ਿਪ ਨਹੀਂ ਛੱਡੀ, ਅਕਾਲੀ ਦਲ ਦੀ ਹਾਲੇ ਤੱਕ ਰਾਜ ਸਭਾ ਦੀ ਸੀਟ ਨਹੀਂ ਛੱਡੀ, ਤੇ ਹੁਣ ਤੁਸੀਂ ਕਿਹੜੇ ਮੂੰਹ ਨਾਲ ਫਿਰ ਕਹੀ ਜਾਂਦੇ ਹੋ? ਤੁਸੀਂ ਤਾਂ ਅੱਜ ਵੀ ਫਿਰ ਅਕਾਲੀ ਦਲ ਦੇ ਵਿੱਚ ਹੀ ਹੋ ਟੈਕਨੀਕਲੀ ਤਾਂ। ਇਹ ਜਿਹੜੀਆਂ ਚੀਜ਼ਾਂ ਨਾ, ਇਹ ਰਾਜਨੀਤੀ ਦੇ ਵਿੱਚ ਇੱਕ ਗਲਤ ਰਿਵਾਜ ਪੈ ਗਿਆ ਕਿ ਪਹਿਲਾਂ ਸੱਤਾ ਦਾ ਵਿੱਚ ਬੈਠੇ ਰਹੋ, ਆਨੰਦ ਲਈ ਜਾਓ। ਉਦੋਂ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ। ਜੋ ਕੰਮ ਕੈਬਨਿਟ ਦੇ ਡਿਸੀਜਨ ਹੋਏ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਵੀ ਉਨੇ ਜ਼ਿੰਮੇਵਾਰ ਹੈ, ਮੈਂ ਵੀ ਉਨੇ ਜ਼ਿੰਮੇਵਾਰ ਹਾਂ, ਉਨੇ ਜ਼ਿੰਮੇਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਇਹ ਤਾਂ ਨਹੀਂ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਜ਼ਿੰਮੇਵਾਰੀ ਪਾ ਦਿਓ ਤੇ ਜਿਹੜੇ ਅਸੀਂ ਨਾਲ ਸਾਰੇ ਕੈਬਨਿਟ ਮੰਤਰੀ ਰਹੇ ਹਾਂ ਉਹ ਤੁਸੀਂ ਕਹੋ ਵੀ ਨਹੀਂ ਜੀ ਸਾਡੇ ਹੁਣ ਇਹਦੇ 'ਚ ਨਹੀਂ। ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ, ਕੈਬਨਿਟ ਦੇ ਡਿਸੀਜਨ ਹੁੰਦੇ ਆ, ਸਰਕਾਰ ਦੇ ਫੈਸਲੇ ਹੁੰਦੇ ਆ, ਸਾਰੇ ਉਹਦੇ ਵਿੱਚ ਹਿੱਸੇਦਾਰ ਹੁੰਦੇ। ਉਸੇ ਬੇਸ ਦੇ ਉੱਤੇ ਹੀ ਫਿਰ ਉਹ ਐਮਐਲਏ ਬਣੇ ਤੇ ਅੱਜ ਦੀ ਤਰੀਕ 'ਚ ਐਮਐਲਏ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਬਣੇ ਉਹ ਸਾਡੇ ਗਰੁੱਪ ਦੇ। ਇਸ ਕਰਕੇ ਇਹ ਤੁਸੀਂ ਜਦੋਂ ਤਾਕਤ ਵਾਲੀ ਗੱਲ ਹੁੰਦੀ ਉਹ ਤਾਂ ਇੰਜੋਏ ਕਰੀ ਜਾਂਦੇ ਹੋ। ਯਾਨੀ ਤੁਹਾਡੇ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਮੈਨੂੰ ਜਿਹੜਾ ਦੂਜੇ ਤਰੀਕੇ ਫਾਇਦਾ ਹੋ ਸਕਦਾ ਤੇ ਤੁਸੀਂ ਉਸ ਪਾਸੇ ਤੁਰ ਪੈਂਦੇ ਹੋ। ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਯਾਨੀ ਉਸ ਸਮੇਂ ਤੁਹਾਡੀ ਸਰਕਾਰ ਦੇ ਦੌਰਾਨ ਜੋ ਕੁਝ ਵੀ ਵਾਪਰਿਆ ਤੁਸੀਂ ਉਹਦੀ ਗਾਰੰਟੀ ਲੈਂਦੇ ਹੋ, ਤੁਸੀਂ ਕਿ ਮੰਨਦੇ ਹੋ ਕਿ ਉਹ ਤੁਹਾਡੀ ਗਲਤੀ ਸੀ? 100%। ਦੇਖੋ ਕੋਈ ਸਰਕਾਰ ਕੋਈ ਵੀ ਹੋਵੇ, ਭਾਵੇਂ ਕੋਈ ਚੰਗਾ ਹੋਵੇ ਭਾਵੇਂ ਕੋਈ ਮਾੜਾ ਹੋਵੇ, ਸਾਰੀ ਜ਼ਿੰਮੇਵਾਰੀ ਸਾਰੇ ਮੰਤਰੀ ਸਾਹਿਬਾਨ ਦੀ ਹੁੰਦੀ ਹੈ, ਮੁੱਖ ਮੰਤਰੀ ਦੀ ਹੁੰਦੀ, ਸਾਂਝੀ ਜ਼ਿੰਮੇਵਾਰੀ ਹੁੰਦੀ, ਕਲੈਕਟਿਵ ਰਿਸਪੌਂਸਿਬਿਲਿਟੀ ਹੁੰਦੀ। ਇਸੇ ਕਰਕੇ ਅਸੀਂ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹਰੀ ਵੀ ਜੋ ਪੱਠਾ ਬੈਠਾ ਸਰਕਾਰ ਦਾ ਉਹਦੇ ਤੋਂ ਭੱਜ ਨਹੀਂ ਸਕਦੇ। ਇਹ ਸਾਰੇ 2.5 ਸਾਲ ਕੈਬਨਿਟ ਦੇ ਵਜ਼ੀਰ ਰਹੇ ਆ। ਬਾਕੀ ਜਿਹੜੇ ਵਜ਼ੀਰ ਹੁਣ 4.5 ਸਾਲਾਂ ਬਾਅਦ ਸੋਚਦੇ ਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਕਰ ਦਿੱਤਾ ਤਾਂ ਅਸੀਂ ਬਚ ਗਏ, ਇਹ ਨਹੀਂ ਬਚ ਸਕਦੇ। ਸਾਰੀ ਉਹਦੇ ਵਾਸਤੇ ਜਿੰਨੇ ਐਮਐਲਏ ਨੇ, ਜਿੰਨੀ ਇਹਨਾਂ ਦੀ ਸਰਕਾਰ ਹੈ, ਸਾਰੀ ਜ਼ਿੰਮੇਵਾਰ ਹੈ। ਇਸੇ ਕਰਕੇ ਹੁਣ ਇਹ ਨਹੀਂ ਕਿ ਚਿਹਰੇ ਬਦਲ ਦਿੱਤੇ ਤੇ ਕਾਂਗਰਸ ਦਾ ਖਹਿੜਾ ਛੁੱਟ ਜਾਣਾ। ਜਵਾਬਦੇਹੀ ਹੋਏਗੀ। ਜਵਾਬਦੇਹੀ ਇਸ ਕਰਕੇ ਹੈ ਕਿਉਂਕਿ ਡਿਸੀਜਨ ਕਲੈਕਟਿਵ ਹੁੰਦੇ। ਜਵਾਬਦੇਹੀ ਹੋਏਗੀ ਔਰ ਲੋਕ ਉਸ ਸਮੇਂ ਤੇ ਲੈ ਲੈਣਗੇ। ਕੈਪਟਨ ਅਮਰਿੰਦਰ ਸਿੰਘ ਦਾ ਇਸ ਤਰੀਕੇ ਦੇ ਨਾਲ 4.5 ਸਾਲਾਂ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਜਾਂ ਜੋ ਵੀ ਹਾਈ ਕਮਾਂਡ ਵੱਲੋਂ ਉੱਥੋਂ ਪ੍ਰੈਸ਼ਰ ਮਿਲਣਾ, ਤੁਸੀਂ ਕਿਸ ਤਰੀਕੇ ਵੇਖਦੇ ਹੋ? ਦੇਖੋ ਕਾਂਗਰਸ ਨੇ ਐਕਸੈਪਟ ਕੀਤਾ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਜਿਹੜੇ ਕਹਿੰਦੇ ਸੀ ਅਸੀਂ 86.4% ਵਾਅਦੇ ਪੂਰੇ ਕਰ ਦਿੱਤੇ, ਜਦੋਂ ਉਹਨਾਂ ਦੇ ਐਮਐਲਏ ਜਾ ਕੇ ਉੱਥੇ ਰੋਣ ਲੱਗ ਗਏ ਸਾਰੇ ਬੈਠ ਕੇ ਕਿ ਘੱਟੋ ਘੱਟ ਇਹਨੂੰ ਬਦਲ ਦਿਓ ਨਹੀਂ ਤਾਂ ਸਾਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ, ਤੇ ਕਾਂਗਰਸ ਨੂੰ ਪਤਾ ਲੱਗ ਗਿਆ ਕਿ ਕਿੰਨੇ ਕੁ ਸਾਡੀ ਸਰਕਾਰ ਨੇ ਕੰਮ ਕੀਤਾ। ਇਸ ਕਰਕੇ ਕੋਸ਼ਿਸ਼ ਕੀਤੀ ਗਈ ਕਿ ਅਸੀਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਫੇਸ ਬਚਾ ਲਈਏ। ਪਹਿਲਾਂ ਪ੍ਰਧਾਨ ਚੇਂਜ ਕਰਕੇ ਵਕਤ ਸਾਰਨ ਦੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਨੇ ਕਿਹਾ ਕਿ ਗੱਲ ਤਾਂ ਉੱਥੇ ਰਹੀ ਹੈ, ਸੁਨੀਲ ਜਾਖੜ ਨੂੰ ਕੱਢਣ ਨਾਲ ਫਰਕ ਨਹੀਂ ਪੈਣਾ, ਕੈਪਟਨ ਅਮਰਿੰਦਰ ਸਿੰਘ ਨੂੰ ਬਦਲੋ। ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ। ਪਰ ਮੈਂ ਗੱਲ ਉੱਥੇ ਹੀ ਕਰਦਾ ਨਾ ਕਿ ਇਹ ਸਾਰੀ ਕਾਂਗਰਸ ਦੀ ਜ਼ਿੰਮੇਵਾਰੀ ਹੈ। ਜਿਹੜਾ ਮੈਨੀਫੈਸਟੋ ਜਾਰੀ ਕੀਤਾ ਸੀ ਉਹਦੇ ਉੱਤੇ ਬੜੀ ਸੋਹਣੀ ਫੋਟੋ ਸੋਨੀਆ ਗਾਂਧੀ ਜੀ ਦੀ ਸੀ, ਬੜੀ ਸੋਹਣੀ ਫੋਟੋ ਰਾਹੁਲ ਗਾਂਧੀ ਦੀ ਸੀ, ਮਨਮੋਹਨ ਸਿੰਘ ਜੀ ਦੀ ਸੀ, ਕੈਪਟਨ ਅਮਰਿੰਦਰ ਸਿੰਘ ਦੀ ਵੀ ਸੀ। ਇਸ ਕਰਕੇ ਬਾਕੀ ਕਿਵੇਂ ਬਚ ਸਕਦੇ ਆ? ਸਾਰੀ ਪਾਰਟੀ ਦਾ ਹੀ ਮੈਨੀਫੈਸਟੋ ਹੁੰਦਾ, ਪਾਰਟੀ ਦੀ ਸਰਕਾਰ ਸੀ ਤੇ ਧੋਖਾ ਜਿਹੜਾ ਕੀਤਾ ਉਹ ਸਾਰੀ ਕਾਂਗਰਸ ਪਾਰਟੀ ਨੇ ਕੀਤਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੈ ਜਾਂ ਪਾਰਟੀ 'ਚ ਨਹੀਂ ਹੈ, ਪਰ ਦੋਸ਼ੀ ਤਾਂ ਕਾਂਗਰਸ ਪਾਰਟੀ ਹੈ। ਫਿਲਹਾਲ ਇੱਥੇ ਵੇਲਾ ਹੋ ਚੱਲਾ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਛੇਤੀ ਲੌਟਦੇ ਹਾਂ। ਸਾਡੇ ਨਾਲ ਅੱਜ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ। ਬ੍ਰੇਕ ਤੋਂ ਬਾਅਦ ਸਾਂਝਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਤੇ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਦਲਜੀਤ ਸਿੰਘ ਚੀਮਾ। ਸਰ, ਤੁਸੀਂ ਕਾਂਗਰਸ ਦੇ ਬਾਰੇ ਗੱਲ ਕੀਤੀ। ਕੈਪਟਨ ਅਮਰਿੰਦਰ ਸਿੰਘ ਦਾ ਜਿਸ ਤਰੀਕੇ ਦੇ ਨਾਲ ਉਹ ਗਏ, ਆਉਣ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਹੁਣ ਉਹ ਕਹਿੰਦੇ ਕਿ ਮੈਂ ਕਾਂਗਰਸ ਪਾਰਟੀ ਵੀ ਛੱਡ ਹੀ ਦਿੱਤੀ। ਬਿਲਕੁਲ ਉਹਨਾਂ ਦੀ ਜਿਹੜੇ ਧਰਮ ਪਤਨੀ ਨੇ ਮਹਾਰਾਣੀ ਪਰਨੀਤ ਕੌਰ, ਉਹ ਕਹਿੰਦੇ ਮੈਂ ਹਾਲੇ ਕਾਂਗਰਸ ਦੇ ਵਿੱਚ ਹੀ ਰਵਾਂਗੀ, ਮੈਂ ਪਾਰਟੀ ਨਹੀਂ ਛੱਡਾਂਗੀ, ਲੇਕਿਨ ਆਉਣ ਵਾਲੇ ਸਮੇਂ ਦਾ ਅਸੀਂ ਗਰੰਟੀ ਨਹੀਂ ਲੈ ਸਕਦੇ। ਕਿਆਸ ਲਗਾਏ ਜਾ ਰਹੇ ਸੀ, ਜਿਹੜੀਆਂ ਚਰਚਾਵਾਂ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਦਾਮਨ ਫੜ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ, ਲੇਕਿਨ ਉਹਨਾਂ ਨੇ ਉਹਨਾਂ ਤੋਂ ਵੀ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਫੜਾਂਗਾ। ਹੁਣ ਜਿਹੜੀਆਂ ਚਰਚਾਵਾਂ ਨੇ ਉਹ ਕਿ ਉਹ ਆਪਣੀ ਨਵੀਂ ਪਾਰਟੀ ਬਣਾਉਣ ਚਾਹ ਰਹੇ ਨੇ, ਪੰਜਾਬ ਵਿਕਾਸ ਪਾਰਟੀ। ਉਹ ਦਾਅਵਾ ਕਰਦੇ ਨੇ ਕਿ ਮੇਰੇ ਕੋਲ ਇੰਨੇ ਮੇਰੇ ਹਲੇ ਵੀ ਵਿਧਾਇਕ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਾਤ ਦੇ ਸਕਦਾ ਤੇ ਨਾਲ ਹੀ ਮੈਂ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਜਿੱਤਣ ਦੇਵਾਂਗਾ। ਦੇਖੋ ਗੱਲ ਇਹ ਹੈ ਕਿ ਉਹਨਾਂ ਦੀ ਆਪਣੀ ਫਰਸਟ੍ਰੇਸ਼ਨ ਹੈ, ਜਿੰਨੀ ਜਲਾਲਤ ਦੇ ਨਾਲ ਉਹਨਾਂ ਨੂੰ ਕੱਢਿਆ ਗਿਆ, ਇਸ ਕਰਕੇ ਕੁਦਰਤੀ ਹੈ ਕਿ ਉਹਦਾ ਕੋਈ ਨਾ ਕੋਈ ਰਿਐਕਸ਼ਨ ਵਿਅਕਤੀਗਤ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਹੋਏਗਾ। ਜਿੱਥੋਂ ਤੱਕ ਬੀਜੇਪੀ ਦੀ ਗੱਲ ਹੈ, ਇੰਨੇ ਸਾਲ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੀ ਲਾਈਨ ਹੀ ਟੋ ਕਰਦੇ ਰਹੇ।
क्योंकि ਜਿਹੜੇ 3 ਕਾਲੇ ਕਾਨੂੰਨ ਸੀ ਇਹਨਾਂ ਨੂੰ ਡਰਾਫਟ ਕਰਨ ਵਾਲੀ ਹਾਈ ਪਾਵਰਡ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਉਹ ਤਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੀ ਸੀਗੇ। ਇਹ ਹਾਲੇ ਕੇਂਦਰ ਸਰਕਾਰ ਨੇ ਤਾਂ ਬਾਅਦ ਚ ਪਾਸ ਕੀਤੇ। ਉਹਨਾਂ ਨੇ ਤੇ 2017 ਦੇ ਵਿੱਚ 4 ਅਮੈਂਡਮੈਂਟਸ APMC ਐਕਟ ਦੇ ਵਿੱਚ ਪਾਸ ਕਰਕੇ ਪੰਜਾਬ ਦੇ ਵਿੱਚ ਤਾਂ ਇਹ ਚੀਜ਼ਾਂ ਪਹਿਲਾਂ ਲਾਗੂ ਹੋ ਚੁੱਕੀਆਂ ਕਿ ਭਾਵੇਂ ਕੋਈ ਪ੍ਰਾਈਵੇਟ ਮੰਡੀ ਖੋਲ੍ਹੇ, ਭਾਵੇਂ ਕੋਈ ਡਾਇਰੈਕਟ ਪਰਚੇਜ਼ ਕਰੇ, ਭਾਵੇਂ ਕੋਈ ਟ੍ਰੇਡਿੰਗ ਕਰੇ ਜਾਂ ਇੱਕ ਲਾਇਸੈਂਸ ਲੈ ਕੇ ਸਾਰੇ ਪੰਜਾਬ 'ਚ ਵਪਾਰ ਕਰੇ। ਇਹ ਚਾਰੇ ਚੀਜ਼ਾਂ ਜਿਹੜੇ ਕਾਨੂੰਨ ਬਾਅਦ 'ਚ ਬਣੇ ਆ, ਇਹ ਪੰਜਾਬ ਦੇ ਵਿੱਚ ਤਾਂ ਸਾਡੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮਿਹਰਬਾਨੀ ਕਰਕੇ BJP ਦੀ ਜਿਹੜੀ ਸੋਚ ਹੈ ਉਹ ਪਹਿਲਾਂ ਪੰਜਾਬ ਦੇ ਵਿੱਚ ਲਾਗੂ ਹੋ ਚੁੱਕੀ ਹੈ। ਫਿਰ ਉਹ ਹਾਈ ਪਾਵਰਡ ਕਮੇਟੀ ਦੇ ਮੈਂਬਰ ਬਣੇ ਅਤੇ ਉਹਨਾਂ ਨੇ ਇਹ ਡਰਾਫਟਿੰਗ ਕਮੇਟੀ ਵਿੱਚ ਬੈਠ ਕੇ ਉੱਥੇ ਡਰਾਫਟ ਪਾਏ। ਫਿਰ ਜਿਹੜੇ ਕਾਨੂੰਨ ਬਣੇ ਉਹਨਾਂ 'ਚ ਮਾਮੂਲੀ ਸੋਧਾਂ ਕਰਕੇ ਉਹਨਾਂ ਨੂੰ ਇੱਕ ਕਿਸਮ ਦੀ ਮਾਨਤਾ ਜਿਹੜੀ ਦਿੱਤੀ ਗਈ ਪੰਜਾਬ ਵਿਧਾਨ ਸਭਾ ਦੇ ਵਿੱਚ, ਇਹ ਵੀ BJP ਦੀ ਫੇਵਰ ਦੇ ਸਟੈਪ ਸੀ। ਜਦੋਂ ਕਿ ਚਾਹੀਦਾ ਉਹਨਾਂ ਨੂੰ ਇਹ ਸੀ ਕਿ ਫੈਡਰਲਿਜ਼ਮ ਦੇ ਆਧਾਰ ਦੇ ਉੱਤੇ ਉਹ ਇਹਨਾਂ ਕਾਨੂੰਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਦੇ, ਕਿਉਂਕਿ ਸਿਰਫ ਸਰਕਾਰ ਚੈਲੰਜ ਕਰ ਸਕਦੀ ਸੀ, ਕੋਈ ਇੰਡੀਵਿਜੂਅਲ ਚੈਲੰਜ ਨਹੀਂ ਸੀ ਕਰ ਸਕਦਾ। ਪਰ ਇਹਨਾਂ ਨੇ ਉਹਨਾਂ ਨੂੰ ਫਟਾਫਟ ਮਾਮੂਲੀ ਸੋਧਾਂ ਕੀਤੀਆਂ ਅਤੇ ਪੰਜਾਬ ਦੇ ਵਿੱਚ ਲਾਗੂ ਕਰਨ ਵਾਸਤੇ ਉਹਨਾਂ ਨੂੰ ਭੇਜ ਦਿੱਤਾ। ਇਸ ਕਰਕੇ ਉਹ 100% ਪਹਿਲਾਂ ਹੀ BJP ਦੇ ਨਾਲ ਰਲ ਕੇ ਚੱਲਦੇ ਰਹੇ ਆ, ਇਹ ਕੋਈ ਨਵੀਂ ਗੱਲ ਨਹੀਂ ਹੈ। ਇਸ ਕਰਕੇ ਹੁਣ ਉਹਨਾਂ ਨੇ ਮੌਕਾ ਦੇਖਣਾ, ਕਿਉਂਕਿ BJP ਦੀ ਹਾਲਤ ਇੰਨੀ ਪਤਲੀ ਹੋਈ ਹੈ ਵੀ ਉਹਨਾਂ ਦੇ ਨਾਲ ਸਿੱਧਾ ਰਲ ਕੇ ਫਾਇਦਾ ਹੁੰਦਾ ਜਾਂ ਵੱਖਰੀ ਪਾਰਟੀ ਬਣਾ ਕੇ ਤੇ ਉਹਨਾਂ ਕੋਲੋਂ ਹਮਾਇਤ ਲੈ ਕੇ ਫਾਇਦਾ ਹੁੰਦਾ, ਇਹ ਉਹਨਾਂ ਨੇ ਤੈਅ ਕਰਨਾ। ਇਹ ਰਾਜਨੀਤੀ 'ਚ ਹਰ ਇੱਕ ਨੂੰ ਹੱਕ ਹੈ ਜਿਵੇਂ ਮਰਜ਼ੀ ਚੱਲਣ, ਪਰ BJP ਔਰ ਕੈਪਟਨ ਅਮਰਿੰਦਰ ਸਿੰਘ ਦੋਨੋਂ ਨੂੰ ਵੱਖਰੇ ਕਰਕੇ ਨਹੀਂ ਦੇਖੇ ਜਾ ਸਕਦੇ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕੈਪਟਨ ਅਮਰਿੰਦਰ ਸਿੰਘ ਆਪਣੀ ਇਸ ਗੱਲ ਤੋਂ ਵੀ ਮੁੱਕਰ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਜਾਣਗੇ? ਕੁਛ ਵੀ ਕਰ ਸਕਦੇ ਹੋ। ਪਹਿਲਾਂ ਵੀ ਜੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਸਕਦੇ ਆ ਤੇ ਹੁਣ ਇਹ ਕਿਹੜਾ ਕੋਈ ਵੱਡਾ ਕੰਮ। ਹੋਰ ਕਈ ਜਣੇ BJP ਨਾਲ ਰਲਣ ਨੂੰ ਤਿਆਰ ਸੀ ਜਿਹੜੇ ਸਾਡੇ ਨਾਲ ਟੁੱਟੇ ਸੀਗੇ। ਇਹ ਤਾਂ ਮੌਕਾ ਹੀ ਇਹੋ ਜਿਹਾ ਬਣ ਗਿਆ ਕਿ BJP ਦੀ ਹਾਲਤ ਇਹੋ ਜਿਹੀ ਬਣ ਗਈ ਕਿ ਕੋਈ ਡਰਦਾ ਉੱਥੇ ਸਿੱਧਾ ਉਹਨਾਂ ਦੇ ਨਾਲ ਖੜ੍ਹਨ ਨੂੰ ਤਿਆਰ ਨਹੀਂ ਪੰਜਾਬ ਦੇ ਵਿੱਚ ਸਥਿਤੀ ਉਹਨਾਂ ਦੀ ਕਰਕੇ। ਅਦਰਵਾਈਜ਼ ਤਾਂ ਹੋਰ ਵੀ ਕਈ ਤਿਆਰ ਸੀਗੇ। ਇਹ ਤਾਂ BJP ਦਾ ਮੰਦਾ ਹਾਲ ਹੋ ਗਿਆ ਅਤੇ ਸਿੱਧੂ ਸਾਹਿਬ ਦੀ ਵੀ ਮਾਰਕੀਟ ਵੈਲਿਊ ਘਟ ਗਈ ਅਤੇ ਬਾਕੀ ਵੀ ਜਿਹੜੇ ਹੋਰ ਸੀ ਕਈਆਂ ਦੀ ਘਟ ਗਈ, ਨਹੀਂ ਤਾਂ ਕਈਆਂ ਦੇ ਜਿਹੜੇ ਉਹਨਾਂ ਕਰਕੇ ਜਿਹੜਾ ਸੀਗਾ ਕਈ ਕੁਛ ਹੋਣਾ ਸੀ ਪੰਜਾਬ 'ਤੇ। BJP ਲੀਡਰ ਹਰਜੀਤ ਗਰੇਵਾਲ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਈਵਾਲ ਨਹੀਂ ਤੋੜੀ, ਅਸੀਂ ਭਾਈਵਾਲ ਤੋੜੀ ਹੈ ਭਾਰਤੀ ਜਨਤਾ ਪਾਰਟੀ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਡਰ ਗਈ ਸੀ ਕਿ ਉਹਨਾਂ ਦੀ ਦਾਲ ਨਿਕਲਣੀ ਵਾਲੀ 2022 ਦੀਆਂ ਚੋਣਾਂ 'ਚ। ਦੇਖੋ, ਇਹ ਤਾਂ ਦੇਸ਼ ਦਾ ਰਿਕਾਰਡ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਕਿ ਉਹਨਾਂ ਨੂੰ ਕੈਬਨਿਟ 'ਚੋਂ ਕੱਢਿਆ ਗਿਆ। ਇਹ ਤਾਂ ਤੁਸੀਂ ਵੀ ਜਦੋਂ ਮਰਜ਼ੀ ਚੈੱਕ ਕਰ ਲਓ, ਪਾਰਲੀਮੈਂਟ ਦਾ ਰਿਕਾਰਡ ਹੈ, ਦੇਸ਼ ਦਾ ਜਿਹੜਾ ਹੈਗਾ ਸਾਡੇ ਗੌਰਮੈਂਟ ਦਾ ਰਿਕਾਰਡ ਹੈ। ਜਿਹੜੀ NDA ਦੇ ਵਿੱਚੋਂ ਜਿਹੜੀ ਬਾਹਰ ਆਉਣ ਦੀ ਅਨਾਊਂਸਮੈਂਟ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਕਿ BJP ਨੇ ਕਿਹਾ ਕਿ ਅਸੀਂ ਉਹਦਾ ਹਿੱਸਾ ਨਹੀਂ ਲਵਾਂਗੇ। ਇਸ ਕਰਕੇ ਹੁਣ ਗਰੇਵਾਲ ਸਾਹਿਬ ਦਾ ਤਾਂ ਖੈਰ ਗੁੱਸਾ ਵੀ ਨਹੀਂ ਕਰਨਾ ਚਾਹੀਦਾ, ਉਹ ਕੁਝ ਵੀ ਕਹਿ ਸਕਦੇ। ਇਸ ਕਰਕੇ ਜਿਸ ਬੰਦੇ ਨੇ ਕੋਈ ਜ਼ਿੰਮੇਵਾਰੀ ਨਾਲ ਗੱਲ ਹੀ ਨਹੀਂ ਕਰਨੀ ਤੇ ਉਹਦਾ ਗੁੱਸਾ ਤਾਂ ਕਿਸ ਗੱਲ ਦਾ। ਪਰ ਇਹ ਤਾਂ ਰਿਕਾਰਡ ਦੀਆਂ ਚੀਜ਼ਾਂ ਨੇ, ਘੱਟੋ ਘੱਟ ਤਾਂ ਝੂਠ ਨਾ ਬੋਲੋ। ਪੰਜਾਬ ਦੀ ਸਿਆਸਤ ਵਿੱਚ ਨਾ ਚਿਮਾ ਸਾਹਿਬ ਬਲੇਮ ਗੇਮ, ਕ੍ਰੈਡਿਟ ਗੇਮ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ। ਭਾਵੇਂ ਉਹ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਹੋਇਆ, ਉਹਦੇ ਵਿੱਚ ਵੀ ਕ੍ਰੈਡਿਟ ਗੇਮ ਦੇਖੀ ਗਈ। ਹੁਣ ਝੋਨੇ ਦੀ ਖਰੀਦ ਦੀ ਗੱਲ ਕਰਦੇ ਹਾਂ, ਕੇਂਦਰ ਸਰਕਾਰ ਤੁਗਲਕੀ ਫਰਮਾਨ ਜਾਰੀ ਕਰਦੀ ਹੈ ਕਿ 11 ਅਕਤੂਬਰ ਤੋਂ ਹੋਏਗੀ। ਉਸ ਤੋਂ ਬਾਅਦ ਧਰਨੇ ਸ਼ੁਰੂ ਹੁੰਦੇ ਨੇ। ਤੁਹਾਡੀ ਪਾਰਟੀ ਵੱਲੋਂ ਵੀ ਧਰਨਾ ਇੱਕ ਲਾਇਆ ਜਾਂਦਾ, ਪ੍ਰੋਟੈਸਟ ਕੀਤਾ ਜਾਂਦਾ, ਰੋਸ ਮੁਜ਼ਾਹਰਾ ਕੀਤਾ ਜਾਂਦਾ। ਚੰਨੀ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਆਉਂਦੇ ਨੇ। ਉਹਨਾਂ ਦੇ ਮਿਲਣ ਤੋਂ ਬਾਅਦ ਕਾਂਗਰਸੀ ਵਿਧਾਇਕ ਕਰਦੇ ਨੇ ਕਿ ਸਾਡਾ ਮੁੱਖ ਮੰਤਰੀ ਮਿਲਣ ਗਿਆ, ਨਾਲ ਦੇ ਨਾਲ ਝੋਨੇ ਦੀ ਖਰੀਦ ਦੀ ਸ਼ੁਰੂਆਤ ਹੋ ਜਾਂਦੀ ਹੈ। ਤੁਸੀਂ ਬੋਲਦੇ ਹੋ ਕਿ ਇਹ ਸਾਡੇ ਪ੍ਰੋਟੈਸਟ ਦੇ ਥਰੂ ਹੈ, ਕਿਉਂ ਕ੍ਰੈਡਿਟ ਗੇਮ, ਕਿਉਂ ਪੰਜਾਬ ਦੇ ਵਿਕਾਸ ਦੀ ਕਿਉਂ ਨਹੀਂ ਅਸੀਂ ਗੱਲ ਕਰਦੇ? ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਹੈ ਕਿ ਉਸ ਗੱਲ ਤੋਂ ਉੱਤੋਂ ਪੰਜਾਬ ਦਾ ਕਿਸਾਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਇਸ ਕਰਕੇ ਅਸੀਂ ਆਪਣਾ ਫਰਜ਼ ਅਦਾ ਕੀਤਾ, ਅਸੀਂ ਆਪਣੀ ਆਵਾਜ਼ ਚੁੱਕੀ, ਕਿਉਂਕਿ ਉਹਨਾਂ ਨੇ ਬਹਾਨਾ ਲਾਇਆ ਸੀ ਮੋਇਸਚਰ ਦਾ। ਅਸੀਂ ਉਸੇ ਦਿਨ ਹੀ ਜਿਹੜੀ ਹੈ ਝੋਨੇ ਦੀ ਟਰਾਲੀ ਮੰਗਾ ਕੇ ਮੋਇਸਚਰ ਮਸ਼ੀਨ ਨਾਲ ਲੈ ਕੇ FCI ਦੇ ਦਫ਼ਤਰ ਜਾ ਕੇ ਉੱਥੇ ਉਹਨਾਂ ਨੂੰ ਚੈੱਕ ਕਰਾਤਾ, 12.9 ਮੋਇਸਚਰ ਆਇਆ। 17 ਤੱਕ ਉਹ ਖਰੀਦ ਕਰ ਸਕਦੇ। ਜਿਹੜੀ ਗਰਾਊਂਡ ਦੇ ਉੱਤੇ ਉਹਨਾਂ ਨੂੰ ਟੈਕਨੀਕਲੀ ਝੂਠਿਆਂ ਸਾਬਤ ਕਰਨ ਵਾਸਤੇ ਕਿ ਝੋਨੇ ਦੇ ਮੋਇਸਚਰ ਦਾ ਬਹਾਨਾ ਨਾ ਲਾਓ, ਤੁਸੀਂ ਪੰਜਾਬ ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨ ਨੂੰ ਸਜ਼ਾ ਦੇਣ ਦੀ ਜਿਹੜੀ ਹੈ ਉਹ ਗੱਲ ਕੀਤੀ ਹੈ। ਇਹ ਤਰੀਕਾ ਗਲਤ ਹੈ, ਇਹਦੇ ਨਾਲ ਨੁਕਸਾਨ ਹੋਏਗਾ ਕਿਸਾਨੀ ਦਾ, ਇਹਨੂੰ ਵਾਪਸ ਲਓ। ਇਸ ਕਰਕੇ ਅਸੀਂ ਆਪਣਾ ਫਰਜ਼ ਪੂਰਾ, ਸਾਨੂੰ ਲੱਗਿਆ ਸੀ ਕਿ ਇਹਨਾਂ ਨੂੰ ਟੈਕਨੀਕਲੀ ਇੱਥੇ ਝੂਠਾ ਕਰਨਾ ਚਾਹੀਦਾ, ਔਰ ਉਹ ਉੱਥੇ ਉਹਨਾਂ ਦੇ ਅਫਸਰਾਂ ਨੇ ਉਹ ਗੱਲ ਐਕਸੈਪਟ ਕੀਤੀ ਵੀ ਠੀਕ ਹੈ ਕਿ ਝੋਨਾ ਸਹੀ ਹੈ, ਇਹ ਬਹਾਨਾ ਨਹੀਂ ਚੱਲਿਆ। ਕਿਸਾਨਾਂ ਨੇ ਉਹਨਾਂ ਨੇ ਅਲੱਗ-ਅਲੱਗ ਥਾਵਾਂ 'ਤੇ ਆਪਣੇ ਪ੍ਰੋਟੈਸਟ ਕੀਤੇ, ਹੋਰ ਲੋਕਾਂ ਨੇ ਵੀ ਕੀਤੇ, ਹਰਿਆਣੇ ਦੇ ਵਿੱਚ ਵੀ ਹੋਏ। ਇਸ ਕਰਕੇ ਜਿਹੜੀ ਹੈ ਗੌਰਮੈਂਟ ਨੂੰ ਅਲਟੀਮੇਟਲੀ ਮੰਨਣਾ ਪਿਆ ਕਿ ਜਿਹੜਾ ਉਹਨੇ ਬਹਾਨਾ ਲਾਇਆ ਸੀ ਉਹ ਨਹੀਂ ਚੱਲਿਆ। ਨਹੀਂ ਤਾਂ ਦੱਸੋ ਇੱਕ ਦਿਨ ਦੇ ਫਰਕ ਨਾਲ ਫਿਰ ਚਾਲੂ ਵੀ ਹੋ ਗਈ, ਫਿਰ ਮੋਇਸਚਰ ਕਿੱਥੇ ਗਿਆ? ਐਕਚੁਅਲੀ ਸਟੇਟ ਗੌਰਮੈਂਟ ਦੀ ਵੀ ਬੜੀ ਵੱਡੀ ਉਹਦੇ 'ਚ ਮੈਂ ਸਮਝਦਾ ਨਲਾਇਕੀ ਹੈ ਕਿ ਤੁਹਾਨੂੰ ਸ਼ਾਮ ਨੂੰ ਚਿੱਠੀ ਆਉਂਦੀ ਹੈ, ਤੁਸੀਂ ਘੱਟੋ ਘੱਟ ਤੁਹਾਡਾ ਡਿਊਟੀ ਬਣਦੀ ਸੀ, ਤੁਸੀਂ ਪਹਿਲਾਂ ਪ੍ਰੋਟੈਸਟ ਕਰਦੇ ਵੀ ਅਸੀਂ ਤਾਂ ਜੀ ਖਰੀਦ ਸ਼ੁਰੂ ਕਰ ਰਹੇ ਹਾਂ। ਸਟੇਟ ਦੀਆਂ ਆਪਣੀਆਂ ਵੀ ਤਾਂ ਏਜੰਸੀਆਂ ਹੈ ਨਾ, ਇੱਕ ਦਿਨ 'ਚ ਕਿਹੜਾ ਸਾਰਾ ਝੋਨਾ ਆ ਜਾਣਾ ਸੀ।
ਇਹ ਆਪਣੀਆਂ ਏਜੰਸੀਆਂ ਨੂੰ ਕਹਿੰਦੇ ਕਿ ਨਹੀਂ ਅਸੀਂ ਆਪਣੀਆਂ ਏਜੰਸੀਆਂ ਸਾਡੀਆਂ ਖਰੀਦ ਕਰਨਗੀਆਂ। ਜਦੋਂ ਤੁਹਾਡੀ ਜਿਹੜੀ ਹੈ ਸੀਸੀ ਲਿਮਿਟ ਤੈਅ ਹੋ ਚੁੱਕੀ ਹੈ, ਤੁਹਾਨੂੰ ਕੋਈ ਦਿੱਕਤ ਨਹੀਂ ਹੈ, ਤੇ ਤੁਸੀਂ ਇਮੀਡੀਏਟਲੀ ਇਹ ਚਿੱਠੀ ਥੱਲੇ ਕੱਢਣ ਦੀ ਬਜਾਏ ਕਿ ਇਮੀਡੀਏਟਲੀ ਰੋਕ ਦਿਓ। ਇਹਨਾਂ ਨੂੰ ਕੀ ਲੋੜ ਸੀ ਇੰਨੇ ਜਲਦੀ? ਉੱਦਾਂ ਤਾਂ ਕੇਂਦਰ ਦੀ ਚਿੱਠੀ ਆ ਜਾਏ ਤੇ ਮਹੀਨਾ ਦੱਸਦੇ ਨਹੀਂ ਵੀ ਕੇਂਦਰ ਦੀ ਚਿੱਠੀ ਆ ਗਈ, ਤੇ ਚਿੱਠੀ ਸ਼ਾਮ ਨੂੰ ਆਈ ਤੇ ਸ਼ਾਮ ਨੂੰ ਇੰਡੋਰਸ ਕਰਕੇ ਤੇ ਮੰਡੀਆਂ 'ਚ ਪਹੁੰਚ ਵੀ ਗਿਆ ਐਡਾ ਸਖਤ ਆਰਡਰ ਕਿ ਖਰੀਦ ਨਹੀਂ ਹੋਊਗੀ। ਇਹ ਤਾਂ ਨਲਾਇਕੀ ਮੁੱਖ ਮੰਤਰੀ ਸਾਹਿਬ ਦੀ ਤੇ ਜਿਹੜੇ ਮੰਤਰੀ ਮਹਿਕਮੇ ਦੇ ਉਹਨਾਂ ਦੀ ਆਪਣੀ ਬਹੁਤ ਵੱਡੀ ਹੈ। ਕਿੰਨੀਆਂ ਏਜੰਸੀਆਂ ਨੇ ਜਿਹੜੀਆਂ ਐਫਸੀਆਈ ਤੋਂ ਇਲਾਵਾ ਜਿਹੜੀਆਂ ਸੂਬੇ ਦੀਆਂ ਏਜੰਸੀਆਂ ਨੇ ਉਹ ਪਰਚੇਜ਼ ਕਰਦੀਆਂ ਨੇ। ਪੈਸੇ ਤੁਹਾਡੇ ਕੋਲ ਸੀ, ਤੁਸੀਂ ਆਪਣੀ ਪਰਚੇਜ਼ ਸ਼ੁਰੂ ਕਰ ਲੈਂਦੇ। ਭਾਵੇਂ 10 ਦਿਨ ਵੀ ਉਹ ਨਾ ਚਾਲੂ ਕਰਦੇ, ਤੁਸੀਂ ਆਪਣੀ ਤਾਂ ਸ਼ੁਰੂ ਕਰ ਸਕਦੇ ਸੀ। ਇਸ ਕਰਕੇ ਇਹਨਾਂ ਨੇ ਫਟਾਫਟ ਪਹਿਲਾਂ ਇੱਥੇ ਤਾਂ ਰੋਕ ਲਾਤੀ, ਤੇ ਫਿਰ ਅਗਲੇ ਦਿਨ ਜਿਹੜੇ ਹੈਗੇ ਆ ਉਹ ਦਿੱਲੀ ਗਏ। ਪ੍ਰੋਟੈਸਟ ਸਟਰੋਂਗਲੀ ਇਹਨਾਂ ਨੂੰ ਲੈਟਰ ਆਉਂਦੇ ਹੀ ਕਰ ਦੇਣਾ ਚਾਹੀਦਾ ਸੀ, ਇੰਪਲੀਮੈਂਟ ਐਡੀ ਕਾਰਡ ਨਹੀਂ ਕਰਨੀ ਚਾਹੀਦੀ ਸੀ। ਪੰਜਾਬ ਦੇ ਲੋਕਾਂ ਨੂੰ ਹੁਣੇ ਤੱਕ ਸ਼ਿਕਾਇਤ ਸੀਗੀ ਪਿਛਲੇ 4.5 ਸਾਲ ਦੌਰਾਨ ਕਿ ਅਸੀਂ ਮੁੱਖ ਮੰਤਰੀ ਬਣਾਇਆ, ਮੁੱਖ ਮੰਤਰੀ ਸਾਡੇ 'ਚ ਵਿਚਰਦਾ ਨਹੀਂ, ਸਾਡੀ ਗੱਲਾਂ ਨਹੀਂ ਸੁਣਦਾ, ਸਾਡੀ ਸੇਵਾ ਨਹੀਂ ਕਰਦਾ, ਸਾਡੀ ਸਮੱਸਿਆਵਾਂ ਨਹੀਂ ਸੁਣਦਾ। ਹੁਣ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਬਦਲ ਦਿੱਤਾ ਗਿਆ। ਉਹ ਮੁੱਖ ਮੰਤਰੀ ਆਮ ਲੋਕਾਂ ਕੋਲ ਵੀ ਜਾ ਰਿਹਾ, ਉਹਨਾਂ ਨੂੰ ਜੱਫੀ ਵੀ ਪਾ ਰਿਹਾ, ਉਹਨਾਂ ਦੇ ਘਰ ਬਹਿ ਕੇ ਉਹਨਾਂ ਦੇ ਮੰਜੇ ਦੇ ਨਾਲ ਰੋਟੀ ਵੀ ਖਾ ਰਿਹਾ, ਤੇ ਐਰੋਪਲੇਨ ਦੇ ਨਾਲ ਸਫ਼ਰ ਵੀ ਆਮ ਲੋਕਾਂ ਦੇ ਨਾਲ ਕਰ ਰਿਹਾ। ਬਿਲਕੁਲ ਆਮ ਲੋਕਾਂ ਦੀ ਤਰ੍ਹਾਂ ਇੱਕ ਮੁੱਖ ਮੰਤਰੀ ਰਹਿ ਰਿਹਾ। ਤੁਸੀਂ ਹੁਣ ਚੰਨੀ ਸਾਹਿਬ ਦੇ ਇਸ ਰਵੱਈਏ ਨੂੰ ਕਿਸ ਤਰੀਕੇ ਨਾਲ ਵੇਖੋ? ਸਾਨੂੰ ਤੇ ਇਸ ਗੱਲ ਦੀ ਹੈਗੀ ਹੈ, ਅਸੀਂ ਤੇ ਚੰਨੀ ਸਾਹਿਬ ਦਾ ਰਿਗਾਰਡ ਕਰਦੇ ਹਾਂ ਕਿ ਵਧਾਈ ਦਿੰਦੇ ਉਹਨਾਂ ਨੂੰ ਕਿ ਮੁੱਖ ਮੰਤਰੀ ਬਣੇ। ਸਿੱਧੂ ਉਹਨਾਂ ਨੂੰ ਜੱਫੀ ਨਹੀਂ ਪਾਉਂਦਾ, ਉਹ ਵਿਚਾਰਾ ਲੋਕਾਂ ਨੂੰ ਜੱਫੀ ਪਾਈ ਜਾਂਦਾ ਹੈ। ਉਹਦੀ ਪਾਰਟੀ ਦਾ ਪ੍ਰਧਾਨ ਉਹਦੇ ਨਾਲ ਜੱਫੀ ਪਾਉਣ ਨੂੰ ਤਿਆਰ ਨਹੀਂ, ਉਹਦੀ ਪਾਰਟੀ ਦੇ ਬਾਕੀ ਲੀਡਰ ਉਹਦੇ ਨਾਲ ਜੱਫੀ ਪਾਉਣ ਨੂੰ ਤਿਆਰ ਨਹੀਂ। ਉਹਨਾਂ ਨੂੰ ਤਾਂ ਲੱਗਦਾ ਹੈ ਕਿ ਇਹ ਕਿੱਥੋਂ ਕੰਮ ਤੁਰਿਆ ਸੀ, ਪਹਿਲਾਂ ਸੁਨੀਲ ਜਾਖੜ ਤੋਂ, ਫਿਰ ਨਵਜੋਤ ਸਿੰਘ ਸਿੱਧੂ ਦਾ ਵਿੱਚ ਰੌਲਾ ਪਿਆ, ਫਿਰ ਰੰਧਾਵਾ ਸਾਹਿਬ ਦਾ, ਕਈ ਤਾਂ ਵਿਚਾਰੇ ਗਵਰਨਰ ਹਾਊਸ ਨੂੰ ਚੱਲ ਪਏ ਸੀ, ਰਾਹ 'ਚ ਗੱਡੀਆਂ ਰੁਕੀਆਂ ਗਈਆਂ। ਇਸ ਕਰਕੇ ਉਹ ਇਸ ਨਮੋਸ਼ੀ ਨੂੰ ਮੰਨਦੇ ਹੋਏ ਅਖੀਰ ਤੇ ਮਜਬੂਰੀ ਨਾਲ ਉਹਨਾਂ ਨੂੰ ਲੱਗਿਆ ਕਿ ਸਾਨੂੰ ਬਣਾਉਣਾ ਤਾਂ ਪੈ ਗਿਆ, ਪਰ ਉਹ ਤਾਂ ਅਗਲਾ ਸੋਚੀ ਜਾਂਦੇ ਆ ਵੀ ਹੁਣ ਸਾਡਾ ਤਾਂ ਰਾਹ ਬੰਦ ਹੋ ਗਿਆ। ਫਿਰ ਨਾਲ ਦੀ ਨਾਲ ਟਵੀਟ ਆਉਣੇ ਸ਼ੁਰੂ ਹੋ ਗਏ ਕਿ ਜਿਹੜਾ ਚਿਹਰਾ ਅਗਲਾ ਉਹ ਸਿੱਧੂ ਹੋਊਗਾ, ਵੀ ਤੁਸੀਂ ਬਣਾਇਆ ਬਾਅਦ 'ਚ, ਇਨਸਲਟ ਪਹਿਲਾਂ ਕਰਨ ਲੱਗ ਗਏ ਵਿਚਾਰੇ ਦੀ। ਇਸ ਕਰਕੇ ਕੋਈ ਸਾਡੇ 'ਚੋਂ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਜਿਹੜਾ ਜੱਫੀ ਵਾਲਾ ਵੀ ਸੀਗਾ ਉਹ ਵੀ ਇਹਨਾਂ ਦੇ ਆਪਣੇ ਪ੍ਰਧਾਨ ਦਾ ਕੰਮ ਹੈ। ਜਿਹੜਾ ਸਪੈਸ਼ਲ ਪਲੇਨ 'ਤੇ ਗਏ ਉਹ ਵੀ ਮੀਡੀਆ ਨਹੀਂ ਛਾਪਿਆ, ਤੇ ਜਿੱਦਣ ਇਕੋਨਮੀ ਕਲਾਸ 'ਚ ਆਏ ਉਹ ਵੀ ਮੀਡੀਆ ਨਹੀਂ ਛਾਪਿਆ। ਇਹ ਤਾਂ ਮੀਡੀਆ ਨੂੰ ਵੀ ਚਾਹੀਦਾ ਨਾ ਵੀ 4 ਦਿਨ ਵਿਚਾਰੇ ਤਾਂ ਮਾੜਾ ਮੋਟਾ, ਜੇ ਹੁਣ ਮੁੱਖ ਮੰਤਰੀ ਬਣ ਕੇ ਜੋ 에ਅਰਕ੍ਰਾਫਟ ਲੈ ਕੇ ਗਏ ਤੇ ਉਦੋਂ ਵੀ ਮੀਡੀਆ ਨੇ ਰੌਲਾ ਪਾ ਦਿੱਤਾ ਵੀ 14 ਲੱਖ ਦਾ ਖਰਚਾ ਪੈ ਗਿਆ, ਤੇ ਜੇ ਵਿਚਾਰੇ ਨੇ ਸ਼ੋਅ ਕਰਨ ਵਾਸਤੇ ਸਾਦਗੀ ਦਿਖਾਈ ਤੇ ਉਹਦੇ ਨਾਲ ਦੂਜੀ ਫੋਟੋ ਲਾਤੀ। ਇਹ ਤਾਂ ਹੁਣ ਮੀਡੀਆ ਵੀ ਲਿਹਾਜ਼ ਕਰੇ ਥੋੜ੍ਹਾ ਬਹੁਤਾ। ਅਸੀਂ ਤਾਂ ਨਹੀਂ ਹਮੇਸ਼ਾ ਬੋਲਦੇ, ਉਹਨਾਂ ਦੇ ਆਪਣੇ ਹੀ ਅੰਦਰੋਂ ਜਲੂਸ ਕੱਢੀ ਜਾਂਦੇ, ਉਹਦਾ ਅਸੀਂ ਕੀ ਕਰ ਸਕਦੇ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਨੇ। ਅੱਜ ਤੋਂ 2 ਮਹੀਨੇ ਪਹਿਲਾਂ ਉਹ 300 ਤੇ 600 ਯੂਨਿਟ ਦੀ ਬਿਜਲੀ ਦੀ ਗੱਲ ਕਰਦੇ ਨੇ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਜਾਂਦਾ 400 ਤੇ 800 ਦਾ। ਹੁਣ ਜੋ ਮੌਜੂਦਾ ਸਰਕਾਰ ਹੈ ਪੰਜਾਬ ਕਾਂਗਰਸ ਦੇ ਵਿੱਚ, ਕਾਂਗਰਸ ਦੀ ਸਰਕਾਰ ਹੈ, ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਅਗਰ ਇਹ ਅਸੀਂ, ਮੈਨੂੰ ਲੱਗਦਾ ਕਿ ਸ਼ਾਇਦ ਜਿਸ ਟਾਈਮ ਸਾਡਾ ਇੰਟਰਵਿਊ ਔਨ 에ਅਰ ਹੋਣਾ ਤਦ ਤੱਕ ਸ਼ਾਇਦ ਹੋ ਜਾਵੇ। ਉਹ ਕਹਿੰਦੇ 300 600 ਅਸੀਂ ਤਾਂ ਕਰ ਵੀ ਦੇਣੀ ਆਪਣੇ ਜਾਣ ਤੋਂ ਪਹਿਲਾਂ। ਦੇਖੋ ਗੱਲ ਇਹ ਹੈ ਕਿ ਜਿਹੜੀ ਕੇਜਰੀਵਾਲ ਦੀ ਗਰੰਟੀ ਹੈ ਨਾ, ਉਹਦੇ ਤੋਂ ਤਾਂ ਸਾਨੂੰ ਵੀ ਹੈਰਾਨੀ ਆਉਂਦੀ। ਜਿਸ ਬੰਦੇ ਦੀ ਆਪਣੀ ਗਰੰਟੀ ਕੋਈ ਨਹੀਂ, ਉਹ ਕੋਈ ਸਾਰੇ ਪੰਜਾਬ ਨੂੰ ਗਰੰਟੀ ਦੇਈ ਜਾਂਦਾ। ਪਹਿਲਾਂ ਦੱਸੋ ਅੰਨੇ ਹਜ਼ਾਰੇ ਨੂੰ ਇਹਨੇ ਕੀ ਗਰੰਟੀ ਦਿੱਤੀ ਸੀ ਵੀ ਮੈਂ ਰਾਜਨੀਤੀ ਵਿੱਚ ਨਹੀਂ ਆਊਂਗਾ। ਉਹਨਾਂ ਦੀਆਂ ਸਟੇਜਾਂ ਦੀਆਂ ਹੁਣ ਦੀ ਵੀਡੀਓ ਕੱਢ ਲਓ ਕਿ ਅਸੀਂ ਕਦੀ ਵੀ ਪੋਲੀਟੀਕਲ ਪਾਰਟੀ ਨਹੀਂ ਬਣਾਵਾਂਗੇ। ਤੁਹਾਡੇ ਸਾਹਮਣੇ ਪੋਲੀਟੀਕਲ ਪਾਰਟੀ ਬਣੀ ਜੀ, ਫਿਰ ਲੋਕਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਵੋਟਾਂ ਪਾ ਦਿੰਦੇ ਹਾਂ, ਪਰ ਤੁਸੀਂ ਕੱਲ੍ਹ ਨੂੰ ਕਾਂਗਰਸ ਤੇ ਬੀਜੇਪੀ ਨਾਲ ਫਿਰ ਰਲ ਜਾਣਾ। ਫਿਰ ਇਹਨੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਸਮ ਖਾਧੀ ਕਿ ਮੈਂ ਜੇ ਸਾਡੀ ਸਰਕਾਰ ਨਾ ਵੀ ਬਣੇ, ਮੈਂ ਕਾਂਗਰਸ ਨਾਲ ਜਾਂ ਬੀਜੇਪੀ ਨਾਲ ਸਮਝੌਤਾ ਨਹੀਂ ਕਰੂੰਗਾ। ਤੁਹਾਡੇ ਕੋਲ ਵੀਡੀਓ ਹੈਗੀ ਹੈ, ਚਲਾ ਕੇ ਦਿਖਾ ਦਿਓ ਕਿ ਬੱਚਿਆਂ ਦੀ ਕਸਮ ਤੋਂ ਵੱਡੀ ਕਸਮ ਮੇਰੇ ਖਿਆਲ ਕਿਸੇ ਇਨਸਾਨ ਵਾਸਤੇ ਕੋਈ ਹੋ ਨਹੀਂ ਸਕਦੀ। ਫਿਰ ਜਦੋਂ ਲੱਗਿਆ ਸ਼੍ਰੀਮਾਨ ਦੇ ਐਮਐਲਏ ਘਟ ਗਏ ਤੇ ਉਹਨਾਂ ਨੇ ਕਸਮ ਨੂੰ ਇੱਕ ਪਾਸੇ ਕੀਤਾ ਤੇ ਉਹਨਾਂ ਨੇ ਮੁੱਖ ਮੰਤਰੀ ਦੀ ਸਹੁੰ ਚੁੱਕ ਲਈ। ਇੱਥੇ ਪੰਜਾਬ 'ਚ ਆਏ SYL ਦੇ ਉੱਤੇ ਲੋਕਾਂ ਨੇ ਕੁਐਸਚਨ ਪੁੱਛਿਆ, ਮੀਡੀਆ ਨੇ ਕੁਐਸਚਨ ਪੁੱਛਿਆ ਤੇ ਕਹਿੰਦੇ ਜੀ SYL ਤੇ ਪੰਜਾਬ ਦਾ ਹੱਕ ਬਣਦਾ। ਹਰਿਆਣੇ 'ਚ ਗਏ, ਕਹਿੰਦੇ ਜੀ ਹਰਿਆਣੇ ਦਾ ਹੱਕ ਬਣਦਾ। ਫਿਰ ਦਿੱਲੀ 에ਅਰਪੋਰਟ 'ਤੇ ਜਦੋਂ ਲੈਂਡ ਕੀਤੇ ਤੇ ਉਹਨਾਂ ਨੇ ਕਿਹਾ ਜੀ ਦਿੱਲੀ ਬਾਰੇ ਤੁਹਾਡਾ ਕੀ ਵਿਚਾਰ ਹੈ? ਕਹਿੰਦਾ ਨਹੀਂ, ਦਿੱਲੀ ਦਾ ਵੀ ਹੱਕ ਬਣਦਾ। ਤੇ ਜਦੋਂ ਐਫੀਡੇਵਿਟ ਫਾਈਲ ਕਰਨਾ ਸੀ ਕੋਰਟ 'ਚ, ਉਹ ਜਾ ਕੇ ਪੰਜਾਬ ਦੇ ਉਲਟ ਕਰ ਦਿੱਤਾ। ਹੁਣ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਕੱਲੀ ਸਟੇਜ ਦੇ ਉੱਤੇ ਇਹਨਾਂ ਨੇ ਉਹਨਾਂ ਦੇ ਉੱਤੇ ਬੜੀਆਂ ਗੰਭੀਰ ਐਲੀਗੇਸ਼ਨ ਨਸ਼ਿਆਂ ਦੀਆਂ ਲਾਈਆਂ। ਜਿੱਦਣ ਉਹਨਾਂ ਨੇ ਕੋਰਟ ਦੇ ਵਿੱਚ ਖੜਾ ਕੀਤਾ ਤੇ ਉਦੋਂ ਲਿਖਤੀ ਐਫੀਡੇਵਿਟ ਲੈ ਕੇ ਮਾਫੀ ਮੰਗ ਲਈ ਵੀ ਮੈਂ ਗਲਤ ਕਿਹਾ। ਹੁਣ ਜਿਹੜੇ ਬੰਦੇ ਨੇ ਅਦਾਲਤ 'ਚ ਵੀ ਮਾਫੀ ਮੰਗੀ ਹੋਵੇ, ਜਿਹੜਾ ਬੰਦਾ ਬੱਚਿਆਂ ਦੀ ਸਹੁੰ ਖਾ ਕੇ ਵੀ ਮੁੱਕਰ ਜਾਵੇ, ਜਿਹੜਾ SYL ਦੇ ਮੁੱਦੇ ਦੇ ਉੱਤੇ ਵੀ ਐਫੀਡੇਵਿਟ ਪੰਜਾਬ ਦੇ ਖਿਲਾਫ ਫਾਈਲ ਕੀਤਾ ਹੋਵੇ, ਜਿਹੜਾ ਸਾਡੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਵਾਸਤੇ ਸਾਜ਼ਿਸ਼ ਰਚ ਕੇ ਉੱਥੇ ਅਦਾਲਤਾਂ 'ਚ ਕੇਸ ਕਰਦਾ ਹੋ, ਹੁਣ ਇਹਦੀ ਗਰੰਟੀ ਦੱਸੋ ਪੰਜਾਬ 'ਚ ਕੌਣ ਬਣੇ? ਬਸ ਜਦੋਂ ਪੁੱਛੋ ਕਹਿੰਦੇ ਜੀ ਇਹੋ ਜਿਹਾ ਮੁੱਖ ਮੰਤਰੀ ਦਿਆਂਗੇ ਜਿੱਤੇ
ਸੂਬੇ ਦੇ ਲੋਕੀ ਮਾਣ ਕਰਨਗੇ। ਉਹ ਭਗਵੰਤ ਮਾਨ ਤੇ ਨਹੀਂ ਮਾਣ ਕਰਦਾ, ਹੋਰ ਕਿਤੇ ਤੇ ਮਾਣ ਕਰਨਗੇ ਪਤਾ ਨਹੀਂ। ਵਿਚਾਰੇ ਜਿਹਦੇ ਨਾਂ ਨਾਲ ਜਿਹਨੇ ਮਾਣ ਲਿਖਿਆ ਉਹ 'ਤੇ ਕਰਦੇ ਨਹੀਂ, ਤੇ ਬਾਕੀਆਂ ਨੂੰ ਹੁਣ ਕਹਿੰਦੇ ਜੀ ਇਹੋ ਜਿਹਾ ਮੁੱਖ ਮੰਤਰੀ ਦਿਆਂਗੇ ਜਿੱਤੇ ਸਾਰੇ ਮਾਣ ਕਰਨਗੇ। ਸਰ ਮੇਰਾ ਸਵਾਲ ਸੀਗਾ ਕਿ ਬਿਜਲੀ ਮੁਫਤ ਦੇਣ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਵੀ ਕਰ ਚੁੱਕੀ, ਆਮ ਆਦਮੀ ਪਾਰਟੀ ਵੀ ਕਰ ਚੁੱਕੀ, ਪੰਜਾਬ ਕਾਂਗਰਸ ਤਾਂ ਕਰਨ ਜਾ ਰਹੀ ਹੈ ਆਪਣੇ ਕਾਰਜਕਾਲ ਦੌਰਾਨ। ਲੋਕੀ ਵਿਸ਼ਵਾਸ ਹੁਣ ਕਿੱਥੇ ਕਰੀਏ? ਫਿਰ ਉਹਨਾਂ ਵੱਲ ਜਾਈਏ ਜਿਨ੍ਹਾਂ ਨੇ ਦੇਤੀ ਹੈ, ਜਿਹੜੇ ਦੇਣਗੇ ਆਗੇ। ਨਹੀਂ ਦੇਖੋ ਗੱਲ, ਸ਼੍ਰੋਮਣੀ ਅਕਾਲੀ ਦਲ ਨੇ ਮੁਫਤ ਬਿਜਲੀ ਟਿਊਬਲਾਂ ਵਾਸਤੇ ਦੇਣ ਦੀ ਗੱਲ ਕਦੋਂ ਕੀਤੀ? 1997 ਵਿੱਚ। 1997 ਵਿੱਚ ਕੀਤੀ ਤੇ ਅੱਜ 21 ਹੋ ਗਿਆ, ਅੱਜ ਤੱਕ ਉਹ ਸਕੀਮ ਚੱਲਦੀ। ਕੋਈ ਅੱਛੀ ਸਕੀਮ ਬਣਾਈ ਤੇ ਇਸੇ ਕਰਕੇ ਚੱਲੀ। ਨਹੀਂ ਤਾਂ ਜੇ ਕੋਈ 24 ਸਾਲ ਸਕੀਮ ਚੱਲਦੀ ਹੈ ਤੇ ਨੈਚੁਰਲੀ ਹੈ ਕਿ ਕਿਸੇ ਚੀਫ ਮਿਨਿਸਟਰ ਦੀ ਵਿਜ਼ਨ ਸੀ ਕਿ ਇਹ ਜ਼ਰੂਰਤ ਵੀ ਹੈ ਔਰ ਇਹ ਚੱਲ ਵੀ ਸਕਦੀ ਹੈ ਔਰ ਚਲਾ ਕੇ ਦਿਖਾਈ। ਜੇ 200 ਯੂਨਿਟ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਮਾਫ ਕੀਤੀ, ਜਿਹਦੇ ਵਿੱਚ ਬਾਅਦ 'ਚ ਹੋਰ ਕੈਟੇਗਰੀਆਂ ਵੀ ਐਡ ਕੀਤੀਆਂ, ਇਹ ਸਭ ਤੋਂ ਪਹਿਲਾਂ ਕਿਹਨੇ ਕੀਤੀ ਸੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ। ਜੇ ਹੁਣ ਤੱਕ ਉਹ ਸਕੀਮ ਨਹੀਂ ਚੱਲਦੀ ਤਾਂ ਤੁਸੀਂ ਤਾਂ ਦੱਸੋ, ਕਿਉਂਕਿ ਸੋਚ ਸਮਝ ਕੇ ਕੀਤੀ ਸੀ। ਇਹ ਦਿੱਲੀ ਵਾਲੇ ਤਾਂ ਹਾਲੇ ਸਾਡੇ ਤੋਂ ਬਹੁਤ ਬਾਅਦ 'ਚ ਸਰਕਾਰਾਂ ਬਣੀਆਂ, ਇਹ ਤਾਂ ਮੈਂ 1997 ਦੀਆਂ ਗੱਲਾਂ ਦੱਸਦਾ। ਜੇ ਆਟਾ ਦਾਲ ਦੀ ਸਕੀਮ ਕਿਸੇ ਨੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਸੀ, ਹਾਲੇ ਦੇਸ਼ ਦੇ ਵਿੱਚ ਵੀ ਕੋਈ ਸਕੀਮ ਨਹੀਂ ਸੀ ਇਹਦੇ ਨਾਲ ਦੀ, ਤੇ ਉਹ ਵੀ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ। ਹੁਣ ਬਾਅਦ 'ਚ ਦੇਸ਼ ਦੀ ਸਰਕਾਰ ਨੇ ਵੀ ਉਹ ਅਡਾਪਟ ਕੀਤੀ, ਤੇ ਹੁਣ ਵੀ ਜਿੰਨੀਆਂ ਸਰਕਾਰਾਂ ਆਈਆਂ ਵਿੱਚ ਕਾਂਗਰਸ ਦੀਆਂ ਵੀ ਆਈਆਂ, ਸਾਰਿਆਂ ਨੂੰ ਕਰਨੀ। ਜੇ ਸ਼ਗਨ ਸਕੀਮ ਨਾਂ ਦੀ ਦੇਸ਼ ਦੇ ਵਿੱਚ ਕੋਈ ਸਕੀਮ ਹੈਗੀ ਸੀ ਬੱਚੀਆਂ ਦੇ, ਦਲਿਤ ਪਰਿਵਾਰਾਂ ਦੇ ਸ਼ਾਦੀ ਦੇ ਉੱਤੇ ਕੁਝ ਦੇਣ ਦੀ, ਤੇ ਉਹ ਵੀ ਕੋਈ ਨਹੀਂ ਹੁੰਦੀ ਸੀ। ਇਸ ਕਰਕੇ ਜਿੰਨੀਆਂ ਵੈਲਫੇਅਰ ਸਕੀਮਾਂ ਅਸੀਂ ਦਿੱਤੀਆਂ, ਉਹਨਾਂ ਦੀ ਤਾਂ ਗਰੰਟੀ ਹੈ ਕਿ ਅੱਜ ਤੱਕ ਵੀ, ਨਹੀਂ ਤਾਂ ਕੋਈ ਕੰਪਨੀ ਵੀ 5 ਸਾਲ ਤੋਂ ਵੱਧ ਨਹੀਂ ਗਰੰਟੀ ਦਿੰਦੀ। 24 ਸਾਲ ਹੋ ਗਏ ਸਾਰੀਆਂ ਨੂੰ ਚੱਲਦੇ ਨੇ। ਜਿਹੜੀਆਂ ਸਾਡੀਆਂ ਚੀਜ਼ਾਂ ਸੀ ਉਹਨਾਂ ਦੀ ਗਰੰਟੀ ਦੇਖੋ। ਸਿਲਵਰ ਜੁਬਲੀ ਹੋਣ ਵਾਲੀ ਆ, ਅਗਲਾ ਸਾਲ 25 ਸਾਲ ਹੋ ਜਾਣੇ ਆ ਕਿ ਫ੍ਰੀ ਟਿਊਬਲਾਂ ਦੀ ਬਿਜਲੀ ਨੂੰ ਵੀ 25 ਸਾਲ ਦੀ ਸਾਡੀ ਸਿਲਵਰ ਜੁਬਲੀ ਹੋ ਜਾਣੀ ਹੈ। ਜਿਹੜੇ ਘਰਾਂ ਦੇ 200 ਯੂਨਿਟ ਦੀ ਵੀ ਹੋ ਜਾਣੀ ਹੈ, ਜਿਹੜੇ ਸ਼ਗਨ ਸਕੀਮ ਇਹਦੀ ਵੀ ਹੋ ਜਾਣੀ ਹੈ। ਇਸ ਕਰਕੇ ਜਿਹੜੇ ਅਸੀਂ ਫੈਸਲੇ ਕੀਤੇ ਆ ਉਹ ਤਾਂ ਸਾਰੀਆਂ ਗਵਰਨਮੈਂਟਾਂ ਨੂੰ ਅੱਗੇ ਕੈਰੀ ਕਰਨੇ ਪੈਂਦੇ ਨੇ। ਤੇ ਜਿਹੜੀ ਇਹਨਾਂ ਦੀਆਂ ਗਰੰਟੀਆਂ ਸੀਗੀਆਂ, ਉਹ ਮੈਂ ਦੱਸਿਆ ਕਿ ਜਿਹੜਾ ਇਲੈਕਸ਼ਨ 'ਚ ਬੋਲਿਆ ਸੀ ਉਹ 6 ਮਹੀਨੇ ਬਾਅਦ ਜਾ ਕੇ ਅਦਾਲਤਾਂ 'ਚ ਮਾਫੀ ਮੰਗ ਲਈ। ਇਸ ਕਰਕੇ ਲੋਕਾਂ ਦੇ ਸਾਹਮਣੇ ਇਹਨਾਂ ਦੀ ਕ੍ਰੈਡੀਬਿਲਿਟੀ ਕ੍ਰਾਈਸਿਸ ਆ। ਹੁਣ ਕੈਪਟਨ ਸਾਹਿਬ ਤੇ ਦੁਬਾਰਾ ਕੌਣ ਇਤਬਾਰ ਕਰ ਲੂ? ਗੁਟਕਾ ਸਾਹਿਬ ਤੋਂ ਵੱਡੀ ਕੋਈ ਸਹੁੰ ਨਹੀਂ ਹੁੰਦੀ। ਤੇ ਹੁਣ 90,000 ਕਰੋੜ ਦਾ ਕਰਜ਼ਾ, ਤੇ ਹੁਣ 4400 ਦੀਆਂ ਫਿਗਰ ਦੇਈ ਜਾਂਦੇ, 4400 ਕਰੋੜ ਦੀ। ਤੇ ਇਦੋਂ ਵੱਧ ਲੋਕਾਂ ਨੂੰ ਪੈਨਲਟੀ ਭੁਗਤਣੀ ਪੈ ਗਈ ਮੁੱਖ ਮੰਤਰੀ ਤੇ ਇਤਬਾਰ ਕਰਕੇ। ਜਿਨ੍ਹਾਂ ਨੇ ਵਾਪਸ ਨਹੀਂ ਕੀਤਾ ਉਹਨਾਂ ਨੂੰ ਪੈਨਲਟੀ ਜਿਹੜੀ ਹੈ ਇਦੋਂ ਕਈ ਗੁਣਾ ਵੱਧ ਪੈ ਗਈ। ਇਸ ਕਰਕੇ ਸਾਰਿਆਂ ਦਾ ਹੁਣ ਲੋਕਾਂ ਨੇ ਦੇਖਣਾ, ਜਿਹੜੀ ਇਹਨਾਂ ਦੇ ਜੋ ਧੋਖੇ ਕੀਤੇ ਆ ਉਹ ਚੀਜ਼ਾਂ, ਤੇ ਜਿਹਨੇ ਪਿੱਛੇ ਕਿਹਾ ਸੀ ਤੇ ਕੀਤਾ ਸੀ, ਦੋਨਾਂ ਚੀਜ਼ਾਂ 'ਚ ਫਰਕ ਜਿਹੜਾ ਹੁਣ ਜਨਤਾ ਨੂੰ ਸਮਝ ਆ। ਤੁਹਾਡੀ ਪਾਰਟੀ ਦੇ ਸੀਨੀਅਰ ਲੀਡਰ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਨਾਲ ਸਾਡੀ ਗੱਲਬਾਤ ਹੋਈ। ਉਹ ਕਹਿੰਦੇ ਨੇ ਕਿ ਕਹਿੰਦੇ ਸਾਡੀ ਤਾਂ ਪਹਿਲਾਂ ਮੀਟਿੰਗ 'ਚ ਇਹ ਗੱਲ ਫਾਈਨਲ ਹੋਈ ਸੀ ਕਿ ਅਸੀਂ 5 ਰੁਪਏ ਯੂਨਿਟ ਦੀ ਗੱਲ ਕਰਾਂਗੇ, ਆਉਣ ਵਾਲੇ ਮੈਨੀਫੈਸਟੋ ਦੇ ਵਿੱਚ ਅਸੀਂ 5 ਰੁਪਏ ਯੂਨਿਟ ਦੇਣ ਦੀ ਗੱਲ ਕਵਾਂਗੇ। ਲੇਕਿਨ ਕੇਜਰੀਵਾਲ ਆ ਕੇ 300 600 ਦੀ ਗੱਲ ਕਹਿ ਜਾਂਦਾ। ਫਿਰ ਸਾਡੀ ਕਿੰਨੇ ਸੁਣੀ ਤੇ ਸਾਨੂੰ 400 800 ਦੀ ਗੱਲ ਕਹਿਣੀ। ਦੇਖੋ ਇਹ ਜਿਹੜੇ ਫੈਸਲੇ ਹੋਏ ਆ, ਸਾਡੀ ਕੋਰ ਕਮੇਟੀ ਦਾ 2 ਦਿਨ ਦਾ ਸਪੈਸ਼ਲ ਸੈਸ਼ਨ ਚੱਲਿਆ 2-3 ਮਹੀਨੇ ਪਹਿਲਾਂ। ਉਹਦੇ 'ਚ ਇਹ ਚੀਜ਼ਾਂ ਅਸੀਂ ਡਿਸਾਈਡ ਕੀਤੀਆਂ ਸੀ ਕਿ ਹੁਣ ਕਿਹੜੇ ਵਰਗ ਨੂੰ, ਕਿਉਂਕਿ ਇਸ ਵਰਗ ਤੱਕ, ਐਸਸੀ ਤੱਕ, ਕੁਝ ਹੋਰ ਕੈਟੇਗਰੀਆਂ ਤੱਕ ਪਹਿਲਾਂ ਜਾਂਦੀ ਸੀ, ਪਰ ਕਿਉਂਕਿ ਕੋਵਿਡ ਕਰਕੇ ਲੋਕਾਂ ਦੀ ਆਮਦਨ ਦੇ ਵਿੱਚ ਬਹੁਤ ਵੱਡਾ ਫਰਕ ਪਿਆ। ਬੜੇ ਲੋਕਾਂ ਦੇ ਰੁਜ਼ਗਾਰ ਖਤਮ ਹੋ ਗਏ ਜਿਹੜੇ ਛੋਟੇ ਛੋਟੇ ਸੀ ਕੋਵਿਡ ਦੇ ਵਿੱਚ, ਵੀ ਕੁਛ ਨਾ ਕੁਛ ਸਾਨੂੰ ਐਡੀਸ਼ਨਲ ਬੈਨੀਫਿਟ ਦੇਣੇ ਪੈਣੇ ਆ, ਜਿਹਦੇ ਕਰਕੇ ਕੁਛ ਜਿਹੜਾ ਆਮ ਘਰਾਂ ਦਾ ਕੰਮ ਜਿਹੜਾ ਉਹ ਚੱਲਦਾ। ਕਿਉਂਕਿ ਅਸੀਂ ਕੋਵਿਡ ਦੇ ਦੌਰਾਨ ਵੀ ਡਿਮਾਂਡ ਕੀਤੀ ਸੀ ਕਿ 6 ਮਹੀਨੇ ਦਾ ਬਿੱਲ ਜਿਹੜਾ ਘਰਾਂ ਦਾ ਵੀ ਤੇ ਜਿਹੜੇ ਛੋਟੇ ਦੁਕਾਨਦਾਰ ਹੈ ਇਹਨਾਂ ਦਾ ਵੀ ਸਰਕਾਰ ਨੂੰ ਮਾਫ ਕਰਨਾ ਚਾਹੀਦਾ, ਕਿਉਂਕਿ ਬੜਾ ਲੰਬਾ ਸਮਾਂ ਜਿਹੜਾ ਕੋਵਿਡ ਦਾ ਕੰਮ ਚੱਲਿਆ, ਕਾਰੋਬਾਰ ਬੰਦ ਰਹੇ। ਇਸ ਕਰਕੇ ਇਹਨਾਂ ਨੇ ਨਹੀਂ ਕੀਤਾ। ਫਿਰ ਅਸੀਂ ਸੋਚਿਆ ਕਿ ਇਹਨੂੰ ਕੰਪਨਸੇਟ ਕਰਨਾ ਚਾਹੀਦਾ। ਇਸ ਕਰਕੇ ਅਸੀਂ ਤਾਂ ਰੀਅਲਿਸਟਿਕਲੀ ਚੀਜ਼ਾਂ ਸੋਚ ਕੇ ਕੀਤੀਆਂ। ਆਪਣੀ ਭਾਈਵਾਲ ਪਾਰਟੀ ਨਾਲ ਵੀ ਸਲਾਹ ਕੀਤੀ, ਬਕਾਇਦਾ ਉਹਨਾਂ ਨਾਲ ਵੀ ਸਾਰੀ ਡਿਸਕਸ਼ਨ ਹੋਈ ਲੰਬੀ ਚੌੜੀ ਕਿ ਕਿਹੜਾ ਵਰਗ ਹੈ ਜਿਹਨੂੰ, ਕਿਉਂਕਿ ਹੁਣ ਹਾਲਤ ਇਹ ਹੋ ਗਈ ਸੀ, ਜਿਹੜੀ ਅਸੀਂ ਡਾਇਰੈਕਟ ਪੈਸੇ ਦੇਣ ਦੀ ਵੀ ਬੀਬੀਆਂ ਨੂੰ ਗੱਲ ਕੀਤੀ ਹੈ, ਉਹ ਵੀ ਇਹ ਸੀ ਕਿ ਘਰਾਂ ਦੀ ਆਮਦਨ ਇੱਥੋਂ ਤੱਕ ਘਟ ਗਈ ਕਿ ਪਿੰਡਾਂ ਦੀਆਂ ਗਲੀਆਂ ਦੀਆਂ ਦੁਕਾਨਾਂ 'ਤੇ ਗਾਹਕ ਜਾਣਾ ਬੰਦ ਹੋ ਗਿਆ, ਕਿਉਂਕਿ ਜਦੋਂ ਖਰਚਾ ਆਪਣਾ ਇਸ ਲੈਵਲ ਤੱਕ ਲੋਕਾਂ ਨੇ ਘਟਾ ਲਿਆ ਕਿ ਬਿਲਕੁਲ ਹੀ ਕਾਰੋਬਾਰ ਠੱਪ ਹੋ ਗਏ। ਤੇ ਫਿਰ ਹੋਇਆ ਵੀ ਇਹ 800 ਕਰੋੜ ਰੁਪਈਆ ਘੱਟੋ ਘੱਟ ਇੰਨਾ ਕੁ ਬਜਟ ਬਣਦਾ ਕਿ ਇਹ ਜੇ ਆਪਣੀ ਇਕੋਨਮੀ ਦੇ ਵਿੱਚ ਜਾਏਗਾ ਪੈਸਾ, ਆਮ ਘਰਾਂ ਦੇ ਵਿੱਚ, ਗਰੀਬ ਘਰਾਂ ਦੇ ਵਿੱਚ, ਇਹਦੇ ਨਾਲ ਮਹੱਲੇ ਦੀਆਂ ਦੁਕਾਨਾਂ, ਛੋਟੇ ਕਾਰੋਬਾਰ ਦੂਜੇ, ਉਹਦੇ 'ਚ ਫਿਰ ਸਰਕੂਲੇਸ਼ਨ ਹੋ ਕੇ ਇੱਕ ਖੁਸ਼ਹਾਲੀ ਵਾਲੇ ਪਾਸੇ ਜਿਹੜਾ ਫਿਰ ਕੰਮ ਹੈ ਉਹ ਚੱਲੇਗਾ। ਸ਼੍ਰੋਮਣੀ ਅਕਾਲੀ ਦਲ ਕਿਸਾਨ ਹਿਤੈਸ਼ੀ, ਕਿਸਾਨ ਹਿਮਾਇਤੀ ਦਾ ਨਾਰਾ ਲੈ ਕੇ ਚਲਦੀ ਆਈ ਹੈ ਹੁਣੇ ਤੱਕ, ਲੇਕਿਨ ਰਾਜੇਵਾਲ ਸਾਹਿਬ ਬਹੁਤ ਵੱਡੇ ਤੇ ਗੰਭੀਰ ਇਲਜ਼ਾਮ ਲਗਾਉਂਦੇ ਆਏ ਨੇ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ। ਉਹ ਟਸਲ
ਉਹ ਜਿਹੜੀ ਥੋੜੀ ਬਹੁਤ ਤਿੱਖੀ ਮਿੱਖੀ ਬਹਿਸ ਹੈ ਉਹ ਹੁਣੇ ਵੀ ਨਜ਼ਰ ਆਉਂਦੀ ਹੈ। ਰਾਜੇਵਾਲ ਸਾਹਿਬ ਜਦ ਵੀ ਗੱਲ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੀ ਗੱਲ ਕਰਦੇ ਨੇ। ਦੇਖੋ ਚਲੋ ਉਹ ਇੰਡੀਵਿਜੂਅਲੀ ਕਈ ਵਾਰੀ ਲਾਈਕਿੰਗ ਆਪੋ ਆਪਣੀ ਹੁੰਦੀ ਹੈ। ਦੂਜੀ ਗੱਲ ਹੈ ਕਿ ਹੋ ਸਕਦਾ ਕਿਸੇ ਹੋਰ ਪਾਰਟੀ ਨਾਲ ਕਈ ਵਾਰੀ ਐਫੀਲੀਏਸ਼ਨ ਹੁੰਦੀ ਹੈ। ਦੋ ਹੀ ਕਾਰਨ ਹੁੰਦੇ ਆ ਜ਼ਿਆਦਾਤਰ ਜਦੋਂ ਕੋਈ ਬਿਟਰਲੀ ਤੁਹਾਨੂੰ ਕ੍ਰਿਟਿਸਾਈਜ਼ ਕਰਦਾ, ਉਹ ਇਸ ਕਰਕੇ ਹੈ ਕਿ ਉਹ ਕੋਈ ਹੋਰ ਵੀ ਕਿਸੇ ਪਾਰਟੀ ਨਾਲ ਕਈ ਵਾਰੀ ਕੋਈ ਦੋਸਤੀ ਹੁੰਦੀ ਹੈ, ਕਿਸੇ ਲੀਡਰ ਨਾਲ ਕੋਈ ਦੋਸਤੀ ਹੁੰਦੀ ਹੈ। ਪਰ ਇਹ ਹੈ ਕਿ ਜਿੱਥੋਂ ਤੱਕ ਸਿਧਾਂਤਕ ਤੌਰ ਦੇ ਉੱਤੇ ਗੱਲ ਹੈ, ਅੱਜ ਤੱਕ ਇਹ ਤਾਂ ਦੱਸਣਾ ਪਊ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਡਾ ਸਟੈਂਡ ਜੇ ਕਿਸੇ ਨੇ ਦੇਸ਼ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਲਿਆ ਤੇ ਉਹਦਾ ਨਾਮ ਵੀ ਤਾਂ ਦੱਸਣਾ ਪਊਗਾ ਨਾ। ਬੀਜੇਪੀ ਕੇਂਦਰ ਸਰਕਾਰ ਦੇ ਵਿੱਚ ਬੀਜੇਪੀ ਦੀ ਹੈ ਔਰ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਅੱਜ ਦੇ ਸਮੇਂ ਦੇ ਦੌਰਾਨ ਕਿਸਾਨ ਜਿੱਥੇ-ਜਿੱਥੇ ਧਰਨਾ ਲਾਉਂਦੇ ਨੇ, ਕਿਸਾਨ ਜਿੱਥੇ-ਜਿੱਥੇ ਰੋਸ ਮੁਜ਼ਾਹਰੇ ਕਰਦੇ ਨੇ, ਉਹਨਾਂ ਤੇ ਡਾਂਗਾਂ ਵਰਸਾਈਆਂ ਜਾ ਰਹੀਆਂ ਨੇ, ਉਹਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਉੱਥੇ ਪਾਣੀ ਦੀਆਂ ਬੌਛਾਰਾਂ ਕੀਤੀਆਂ ਜਾ ਰਹੀਆਂ। ਭਾਵੇਂ ਉਹ ਦਿੱਲੀ ਤੇ ਸੜਕਾਂ ਤੇ ਬੈਰੀਕੇਡ ਤੋੜਦੇ ਹੋਣ, ਭਾਵੇਂ ਉੱਥੇ ਬਾਰਡਰਾਂ ਤੇ ਧਰਨਾ ਹੋਵੇ, ਭਾਵੇਂ ਹੁਣ ਲਖੀਮਪੁਰ ਇੰਸੀਡੈਂਟ ਹੋਵੇ। ਲਖੀਮਪੁਰ ਇੰਸੀਡੈਂਟ ਨੇ ਮੈਨੂੰ ਲੱਗਦਾ ਕਿ ਸੱਤਾ ਨੂੰ ਇੱਕਦਮ ਪੂਰਾ ਪਲਟ ਕੇ ਰੱਖ ਦਿੱਤਾ। ਦੇਖੋ ਲਖੀਮਪੁਰ ਦੀ ਜਿਹੜੀ ਇੰਸੀਡੈਂਟ ਆ ਉਹਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੇ ਕਿਸਾਨਾਂ ਦੀ ਜਿਹੜੀ ਹੈ ਸ਼ਹੀਦੀ ਹੋਈ ਹੈ, ਕਿਵੇਂ ਉਹਨਾਂ 'ਤੇ ਗੱਡੀ ਚਾੜੀ ਗਈ, ਕਿਸ ਤਰੀਕੇ ਇੰਨੀਆਂ ਵੱਡੀਆਂ ਮੌਤਾਂ ਹੋਈਆਂ, ਬਹੁਤ ਹੀ ਦੁਖਦਾਈ ਹੈ। ਔਰ ਮੈਂ ਸਮਝਦਾ ਕਿ ਇਸ ਇੰਸੀਡੈਂਟ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਹੁਣ ਵੀ ਖੁੱਲ੍ਹਣੀਆਂ ਚਾਹੀਦੀਆਂ ਕਿ ਹਾਲੇ ਵੀ ਦੇਰ ਨਹੀਂ, ਤੁਹਾਨੂੰ ਅੜੀ ਛੱਡਣੀ ਚਾਹੀਦੀ ਹੈ। ਡਿਕਟੇਟਰਸ਼ਿਪ ਨਾਲ ਕਦੀ ਦੇਸ਼ ਨਹੀਂ ਚੱਲ ਸਕਦਾ। ਤੁਸੀਂ ਕਹੀ ਜਾਓ ਕਿ ਹਮਨੇ ਕਿਸਾਨੋਂ ਕੇ ਹੱਕ ਕੇ ਲਈ ਕੀਤਾ, ਲੇਕਿਨ ਜਦੋਂ ਕਿਸਾਨ ਨਹੀਂ ਮੰਨਦਾ ਤਾਂ ਫਿਰ ਤੁਹਾਨੂੰ ਆਪਣਾ ਫੈਸਲਾ ਰਿਵਿਊ ਕਰਨਾ ਚਾਹੀਦਾ। ਇਹ ਡੈਮੋਕ੍ਰੇਸੀ ਦੀ ਬਿਊਟੀ ਹੈ। ਬਹੁਤ ਵਾਰੀ ਲੋਕੀ ਡਿਫਰ ਕਰਦੇ ਨੇ, ਕਾਨੂੰਨ ਬਣਦੇ ਆ, ਲੋਕੀ ਡਿਫਰ ਕਰਦੇ ਆ ਔਰ ਸਰਕਾਰਾਂ ਉਹਨਾਂ ਨੂੰ ਵਾਪਸ ਲੈ ਲੈਂਦੀਆਂ। ਫਿਰ ਜਿਹੜੀ ਹੈ ਲੋਕਾਂ ਦੇ ਨਾਲ ਜਿਹੜੀ ਹੈ ਡਿਸਕਸ਼ਨ ਹੁੰਦੀ ਆ, ਉਹਦੇ 'ਚ ਚੇਂਜਸ ਕਰਕੇ ਫਿਰ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਪਰ ਇਹ ਤੁਸੀਂ ਜੇ ਕਹਿ ਦਿਓ ਕਿ ਇਹ ਹੁਣ ਇਹੋ ਜਿਹੀ ਚੀਜ਼ ਹੋ ਗਈ ਕਿ ਇਹ ਵਾਪਸ ਨਹੀਂ ਹੋ ਸਕਦੀ, ਤੇ ਆਹ ਜੋ ਕੁਝ ਹੋਇਆ ਲਖੀਮਪੁਰ 'ਚ ਉਹਦਾ ਨਤੀਜਾ। ਅੜੀਅਲ ਰਵੱਈਆ ਜਦੋਂ ਹੁੰਦਾ, ਤਾਨਾਸ਼ਾਹੀ ਰਵੱਈਆ ਜਦੋਂ ਹੁੰਦਾ, ਤੇ ਇਹ ਫਿਰ ਇਸ ਤਰ੍ਹਾਂ ਦੀ ਖਾਨਾ ਜੰਗੀ ਜਿਹੜੀ ਹੋ ਰਹੀ ਹੈ, ਇਹਦੇ ਵਾਸਤੇ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਮੈਂ ਸਮਝਦਾ ਉਹਨਾਂ ਨੂੰ ਹਾਲੇ ਵੀ ਆਪਣੀ ਜਿਹੜੀ ਹੈ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਤੇ ਇਹਦੇ 'ਤੇ ਸੋਚ ਕੇ ਤੇ ਉਹ ਬਿੱਲ ਵਾਪਸ ਕਰ ਲੈਣੇ ਚਾਹੀਦੇ, ਤਾਂ ਜੋ ਦੇਸ਼ ਦੇ ਵਿੱਚ ਸ਼ਾਂਤੀ ਹੋਵੇ, ਕਿਸਾਨ ਆਪਣਾ ਕੰਮ ਕਰ ਸਕੇ ਔਰ ਲੋਕਾਂ ਦੇ ਵੀ ਜਿਹੜਾ ਆਰਾਮ ਦੇ ਨਾਲ ਆਪੋ ਆਪਣਾ ਕਾਰੋਬਾਰ ਕਰ ਸਕੇ। ਇੱਕ ਆਖਰੀ ਸਵਾਲ ਜਾਣ ਤੋਂ ਪਹਿਲਾਂ ਚੀਮਾ ਸਾਹਿਬ, ਕਾਂਗਰਸ ਦੇ 5 ਸਾਲ ਦੇ ਕਾਰਜਕਾਲ ਨੂੰ ਕਿਸ ਤਰੀਕੇ ਦੇ ਨਾਲ ਵੇਖੋਗੇ ਤਾਂ ਕਿੰਨੇ ਨੰਬਰ ਦੋਗੇ? ਦੇਖੋ ਨੰਬਰ ਤਾਂ ਕਾਂਗਰਸ ਦੇ ਐਮਐਲਏ ਨੇ ਦਿੱਤੇ, ਮੈਂ ਉਹਨਾਂ ਨਾਲ ਡਿਫਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇੰਨੇ ਨੰਬਰ ਦਿੱਤੇ ਕਿ ਪਹਿਲਾਂ ਪ੍ਰਧਾਨ ਬਦਲਿਆ, ਇੰਨੇ ਨੰਬਰ ਦਿੱਤੇ ਵੀ ਫਿਰ ਮੁੱਖ ਮੰਤਰੀ ਕੱਢਿਆ, ਤੇ ਹਾਲੇ ਤੱਕ ਵੀ ਕਿਸੇ ਦੀ ਸੰਤੁਸ਼ਟੀ ਨਹੀਂ ਹੈ। ਇਸ ਕਰਕੇ ਮੈਂ ਇਸ ਗੱਲ 'ਤੇ ਕਾਂਗਰਸ ਦੇ ਐਮਐਲਏ ਨਾਲ ਸਹਿਮਤ ਹੋ ਸਕਦਾ ਵੀ ਜਿਹੜਾ ਉਹਨਾਂ ਨੇ ਉੱਥੇ ਜਾ ਕੇ ਕਿਹਾ ਕਹਿੰਦੇ ਲੀਡਰਸ਼ਿਪ ਨੂੰ ਵੀ ਸਾਡਾ ਬੇੜਾ ਗਰਕ ਹੋ ਗਿਆ, ਹੁਣ ਅਸੀਂ ਲੋਕਾਂ 'ਚ ਵੜਨ ਜੋਗੇ ਨਹੀਂ ਹੈ, ਤੇ ਉਹ ਇਹਨਾਂ ਦਾ ਸਾਫ਼ ਹੈ। ਉਹਨਾਂ ਨਾਲ ਮੈਂ ਉਸ ਗੱਲ ਨਾਲ ਮੈਂ ਵੀ ਸਹਿਮਤੀ ਪ੍ਰਗਟ ਕਰ ਦੇਣਾ ਕਿ ਇਹਨਾਂ ਨੇ ਸੱਤਿਆਨਾਸ਼ ਕੀਤਾ ਪੰਜਾਬ ਦਾ। ਇਸ ਕਰਕੇ ਝੂਠੇ ਵਾਅਦੇ ਕੀਤੇ, ਗੁਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾਧੀਆਂ, ਔਰ ਉਸ ਤੋਂ ਵੱਡੇ ਗੁਨਾਹਗਾਰ ਨੇ ਆਮ ਆਦਮੀ ਪਾਰਟੀ ਵਾਲੇ, ਜਿਨ੍ਹਾਂ ਨੇ ਨਾਲ ਰਲ ਕੇ ਨਿੱਜੀ ਲਾਲਚਾਂ ਵਾਸਤੇ, ਗਨਮੈਨਾਂ ਵਾਸਤੇ, ਕੋਠੀਆਂ ਵਾਸਤੇ ਔਰ ਹੋਰ ਕਮਾਈਆਂ ਕਰਨ ਵਾਸਤੇ ਇਹਨਾਂ ਦਾ ਸਾਥ ਦਿੱਤਾ। ਆਪੋਜੀਸ਼ਨ ਦਾ ਰੋਲ ਨਹੀਂ ਬਣਾਇਆ, ਦੋਨਾਂ ਦਾ ਰੋਲ ਬਹੁਤ ਮਾੜਾ। ਹੁਣ ਜਨਤਾ ਇਹਨਾਂ ਨੂੰ ਸਜ਼ਾ ਦੇਗੀ, ਇਹਨਾਂ ਨੂੰ ਤਿਆਰ ਰਹਿਣਾ ਚਾਹੀਦਾ। ਸੋ ਇਹ ਸਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ 2022 ਦੇ ਵਿੱਚ ਜਨਤਾ, ਪੰਜਾਬ 'ਚ ਜਨਤਾ ਕਾਂਗਰਸ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਦੇ ਕਿਤੇ ਕਰਮਾਂ ਦੀ, ਉਹਨਾਂ ਦੇ ਝੂਠਾਂ ਦੀ ਉਹਨਾਂ ਨੂੰ ਸਜ਼ਾ ਦੇਗੀ। ਸਰ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ। ਸੋ ਅੱਜ ਦੇ ਬਾਈ ਦੇ ਅਖਾੜਾ ਦੇ ਵਿੱਚ ਨਹੀਂ, ਅਗਲੇ ਹਫਤੇ ਫਿਰ ਹੋਵਾਂਗੇ ਹਾਜ਼ਰ ਇੱਕ ਹੋਰ ਨਵੀਂ ਸ਼ਖਸੀਅਤ ਦੇ ਨਾਲ, ਇੱਕ ਹੋਰ ਨਵੇਂ ਸਿਆਸਤਦਾਨ ਦੇ ਨਾਲ। ਤਦ ਤੱਕ ਤੁਸੀਂ ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਮੈਂ ਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।